ਧੰਨ ਵਾਹਿਗੁਰੂ ਸਾਹਿਬ ਜੀਓ। ਜਿਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਜਿਥੈ ਜਾਏ ਬਹਿ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਗੁਰ ਸਿੱਖੀ ਸੋ ਥਾਨ ਪਾਲਿਆ, ਲਹਿ ਧੂਰ ਮੁਖ ਲਾਵਾ। ਗੁਰ ਸਿੱਖਾ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਗੁਰ ਸਿੱਖਾ ਕੀ ਕਾਲ ਥਾਏ ਪਈ, ਜਿਨ ਹਰ ਨਾਮ ਧਿਆਵਾ। ਜਿਨ ਨਾਨਕ ਸਤਿਗੁਰ ਪੂਜਿਆ, ਤਿਨ ਹਰ ਪੂਜ ਕਰਾਵਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਚਵਰ ਛਤਰ ਤਖਤ ਦੇ ਮਾਲਿਕ, ਜੁਗੋ ਜੁਗ ਅਟਲ, ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਅੰਮ੍ਰਿਤ ਬਚਨਾਂ ਦੀ ਵਿਚਾਰ ਆਪਾਂ ਰਲ ਮਿਲ ਕਰ ਰਹੇ ਹਾਂ। ਆਓ ਸਤਿਗੁਰੂ ਗੁਰੂ ਰਾਮਦਾਸ ਜੀ ਦੇ ਸਨਮੁਖ ਅਰਦਾਸ ਬੇਨਤੀ ਹੈ। ਦਾਤਾ ਜੀ ਆਪ ਵਿੱਚ ਵਰਤ ਕੇ ਪ੍ਰੇਮ ਭਾਵਨਾ ਸਿਦਕ ਨਾਲ ਆਪਣੇ ਇਸ ਅੰਮ੍ਰਿਤ ਬਚਨ ਦੀ ਵਿਚਾਰ ਆਪ ਹੀ ਕਰਾ ਲਵੋ। ਪਿਆਰ ਅਦਬ ਸਹਿਤ ਸਾਧ ਸੰਗਤ ਆਪ ਸੁਰਤ ਰਾਹੀਂ ਅਸੀਸ ਬਖਸ਼ਦੇ ਹੋਏ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਕਰੋ ਬਖਸ਼ਿਸ਼, ਫਿਰ ਉਚਾਰਨ ਕਰੋ ਜੀ, ਸਤਨਾਮ ਸ੍ਰੀ ਵਾਹਿਗੁਰੂ ਜੀ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਨੇ ਅੱਜ ਦੇ ਇਸ ਅੰਮ੍ਰਿਤ ਪਦੇ ਵਿੱਚ ਬਖਸ਼ਿਸ਼ ਕੀਤੀ ਹੈ ਕਿ ਇੱਕ ਤਾਂ ਸਤਿਗੁਰੂ ਜੀ ਦੀ ਸਪਰਸ਼ਤਾ ਵਾਲੇ ਅਸਥਾਨ, ਦੂਸਰਾ ਉਹਨਾਂ ਥਾਵਾਂ ਦੀ ਭਾਲ ਔਰ ਸੰਭਾਲ
ਤੇ ਗੁਰੂ ਚਰਨਾਂ ਵਿੱਚ ਸਮਰਪਿਤ ਹੋ ਕੇ ਉਸ ਅਸਥਾਨ ਦੀ ਧੂੜ ਆਪਣੇ ਮਸਤਕ ਤੇ ਲਾਉਣਾ। ਗੁਰਸਿੱਖਾਂ ਦਾ ਨਾਮ ਸਿਮਰਨ ਦੀ ਘਾਲ ਕਮਾਈ ਥਾਂ ਪੈ ਜਾਣੀ, ਤੇ ਜਿਸ ਨੇ ਸਤਿਗੁਰੂ ਨੂੰ ਪੂਜਣਾ, ਸਤਿਗੁਰੂ ਨੇ ਉਹਦਾ ਮਾਨ ਸਤਿਕਾਰ ਉਸ ਦੀ ਵੀ ਪੂਜਾ ਕਰਾ ਦੇਣੀ। ਭਾਵਾਂ ਕਿ ਇਹ ਅੰਮ੍ਰਿਤ ਬਚਨ ਤਕਰੀਬਨ ਹਰ ਗੁਰੂ ਘਰ ਦੇ ਅੰਦਰ, ਗੁਰਦੁਆਰਾ ਸਾਹਿਬ ਦੇ ਅੰਦਰ ਸੰਧਿਆ ਨੂੰ, ਰਾਤਰੀ ਨੂੰ ਹਜ਼ੂਰ ਦੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੁਖ ਆਸਨ ਦੀ ਸੇਵਾ ਤੋਂ ਬਾਅਦ ਜਦੋਂ ਸਵਰੂਪ ਨੂੰ ਨਿੱਜੀ ਅਸਥਾਨ ਤੇ ਸੰਗਤ ਲੈ ਕੇ ਜਾਂਦੀ ਹੈ, ਤੇ ਇਸ ਪਦੇ ਦਾ, ਇਸ ਅੰਮ੍ਰਿਤ ਬਚਨ ਦਾ ਪਾਠ ਸਾਜ਼ਾਂ ਨਾਲ ਵੀ ਜਾਂ ਉਸ ਦਾ ਜੋਟੀਆਂ ਦੇ ਵਿੱਚ ਵੀ ਗਾਇਨ ਕਰਦੀ ਹੈ ਸੰਗਤ। ਇਸ ਦੇ ਪਹਿਲਾਂ ਅੱਖਰੀ ਅਰਥ ਨੇ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ। ਇੱਕ ਤਾਂ ਸਤਿਗੁਰਾਂ ਦਾ ਇਹ ਅੰਮ੍ਰਿਤ ਬਚਨ ਚਲੋ ਰੂਟੀਨ 'ਚ ਰੋਜ਼ ਪੜ੍ਹੇ ਜਾਣ ਵਾਲੇ ਬਚਨ ਨੇ, ਇਸ ਦਾ ਪਾਠ ਜਿੱਥੇ ਨਹੀਂ, ਥੱਥੇ ਤੇ ਇੱਕ ਲਾ ਨਹੀਂ, ਸਤਿਗੁਰਾਂ ਨੇ ਦੁਲਾਵਾਂ ਪਾਈਆਂ ਨੇ। ਪਾਠ ਹੋ ਗਿਆ ਜਿੱਥੈ ਜਾਏ, ਅੱਗੇ ਬਹਿ ਜਿਹੜਾ ਹੈ, ਹਾਹੇ ਤੇ ਵੀ ਦੁਲਾਵਾਂ ਨੇ, ਬਹਿ, ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਸਤਿਗੁਰ ਨਹੀਂ। ਇਹਦਾ ਅਰਥ ਹੋ ਗਿਆ ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠ ਜਾਏ, ਆਪਣਾ ਆਸਣ ਲਾ ਲੈ, ਜਾਂ ਜਿੱਥੇ ਸਤਿਗੁਰੂ ਦੇ ਮੁਬਾਰਕ ਚਰਨ ਪੈ ਜਾਣ। ਜਿੱਥੈ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ। ਸੋ ਥਾਨ, ਸੋ ਦਾ ਅਰਥ ਉਹ, ਥਾਨ ਦਾ ਅਰਥ ਥਾਂ। ਸੁਹਾਵਾ, ਸੁਹਾਵਾ ਦਾ ਅਰਥ ਸੋਹਣਾ, ਚੰਗਾ। ਰਾਮ ਰਾਜੇ, ਅਰਥ ਹੋ ਗਏ ਜਿੱਥੈ ਜਾਏ ਬਹਿ ਮੇਰਾ ਸਤਿਗੁਰੂ, ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠ ਜਾਏ, ਸੋ ਥਾਨ ਸੁਹਾਵਾ ਰਾਮ ਰਾਜੇ। ਉਹ ਥਾਂ ਸੁਹਾਵਣਾ ਹੋ ਜਾਂਦਾ ਹੈ, ਉਹ ਸੋਹਣਾ ਹੋ ਜਾਂਦਾ ਹੈ, ਉਹ ਸ਼ੋਭਨੀਕ ਬਣ ਜਾਂਦਾ ਹੈ, ਜਿੱਥੇ ਮੇਰਾ ਸਤਿਗੁਰੂ ਜਾ ਕੇ ਬੈਠ ਜਾਏ। ਇਸ ਤੋਂ ਅਗਲੀ ਤੁਕ ਹੈ ਗੁਰ ਸਿੱਖੀ। ਇਸ ਵਿੱਚ ਆਪ ਪਾਠ ਕਰ ਦੇਖੋ, ਜਿਹੜਾ ਗੁਰਸਿੱਖੀ ਸ਼ਬਦ ਹੈ, ਖੱਖੇ ਨੂੰ ਬਿਹਾਰੀ ਹੈ, ਤੇ ਇਸ ਬਿਹਾਰੀ ਤੇ ਬਾਹਰ ਅੰਦਰ ਵਾਲੇ ਪਾਸੇ, ਪਿਛਲੇ ਪਾਸੇ ਨਹੀਂ, ਮਹਾਰਾਜ ਜੀ ਨੇ ਬਿੰਦੀ ਲਾਈ ਹੈ। ਹੁਣ ਇਹਦਾ ਪਾਠ ਗੁਰਸਿੱਖੀ ਨੇ, ਗੁਰਸਿੱਖੀ ਅਰਥ ਕਰਾਂਗੇ ਗੁਰਸਿੱਖਾਂ ਨੇ ਜਾਂ ਭਾਵਨਾ ਵਾਲਿਆਂ ਨੇ। ਇਹ ਗੁਰਸਿੱਖ ਦਾ ਬਹੁਵਚਨ ਹੈ, ਗੁਰਸਿੱਖੀ, ਗੁਰਸਿੱਖਾਂ ਨੇ। ਸੋ ਥਾਨ ਭਾਲਿਆ, ਕਿਹੜਾ ਸਥਾਨ? ਜਿਹੜਾ ਸੋ ਥਾਨ ਸੁਹਾਵਾ ਰਾਮ ਰਾਜੇ। ਗੁਰਸਿੱਖਾਂ ਨੇ ਉਸ ਥਾਨ ਦੀ ਭਾਲ ਕੀਤੀ, ਭਾਲਿਆ ਦਰ ਤੇ ਲੱਭਿਆ, ਉਸ ਤੱਕ ਆਪਣੀ ਪਹੁੰਚ ਬਣਾਈ। ਜਦੋਂ ਉੱਥੇ ਗਏ ਤੇ ਕੀ ਕੀਤਾ? ਲੈ ਧੂਰ ਮੁਖ ਲਾਵਾ। ਉਹਨਾਂ ਨੇ ਉਸ ਜਗ੍ਹਾ ਦੀ, ਉਸ ਥਾਂ ਦੀ ਜਿਹੜੀ ਧੂੜੀ ਹੈ, ਉਹਨੂੰ ਆਪਣੇ ਮੁਖ ਤੇ ਲਾਇਆ ਹੈ। ਗੁਰਸਿੱਖੀ ਸੋ ਥਾਨ ਭਾਲਿਆ, ਲੈ ਧੂਰ ਮੁਖ ਲਾਵਾ, ਗੁਰਸਿੱਖਾਂ ਕੀ ਘਾਲ ਥਾਂ ਪਈ। ਗੁਰੂ ਕੇ ਸਿੱਖਾਂ ਦੀ ਜਿਹੜੀ ਉਹ ਘਾਲ ਦਰ ਤੇ ਕਮਾਈ ਹੈ, ਥਾਂ ਪਈ ਦਾ ਅਰਥ ਕਰਾਂਗੇ ਕਬੂਲ ਹੋ ਗਈ, ਉਹ ਸਵੀਕਾਰ ਹੋ ਗਈ। ਗੁਰਸਿੱਖਾਂ ਕੀ ਘਾਲ ਥਾਂ ਪਈ, ਤੇ ਕਿਹੜੀ ਘਾਲ? ਇੱਕ ਤਾਂ ਸੋ ਥਾਨ ਭਾਲਿਆ ਵਾਲੀ, ਇੱਕ ਉਸ ਅਸਥਾਨ ਦੀ ਧੂਰ ਮੁਖ ਤੇ ਲਾਣਾ, ਤੇ ਤੀਸਰਾ ਮਹਾਰਾਜ ਕਹਿੰਦੇ ਜਿਨ ਹਰ ਨਾਮ ਧਿਆਵਾ। ਜਿਨ੍ਹਾਂ ਗੁਰਸਿੱਖਾਂ ਨੇ ਉਸ ਪਾਰ ਬ੍ਰਹਮ ਪਰਮੇਸ਼ਵਰ ਦੇ ਨਾਮ ਨੂੰ ਉਸ ਅਸਥਾਨ ਤੇ ਬੈਠ ਕੇ ਜਪਿਆ। ਗੁਰਸਿੱਖਾਂ ਕੀ ਘਾਲ ਥਾਂ ਪਈ, ਜਿਨ ਹਰ ਨਾਮ ਧਿਆਵਾ। ਤੇ ਮਹਾਰਾਜ ਕਹਿੰਦੇ ਜਿਨ ਨਾਨਕ ਸਤਿਗੁਰ ਪੂਜਿਆ। ਜਿਨ੍ਹਾਂ ਨੇ ਸਤਿਗੁਰੂ ਨੂੰ ਪੂਜਿਆ ਹੈ। ਦਾਸ ਬੇਨਤੀ ਕਰੇ, ਕੁਛ ਕੁ ਟੀਕਾਕਾਰਾਂ ਨੇ
ये अर्थ कीते आ कि गुरु नानक साहब गुरु रामदास कह रहे आ कि जिन्हां ने सतगुरु नूं पूजिया है। पर कुछ कु ने अर्थ कीते आ जिन्हां ने सतगुरु गुरु नानक सतगुरु नूं पूजिया है। पर इस विच कोई शक नहीं कि जिहड़ा सतगुरु गुरु नानक साहब नूं पूजदा है, समरथ सतगुरु नूं पूजदा है, उत्थे भी अर्थ टुकणगे। जिन नानक सतगुरु पूजिया, जिन्हां ने सतगुरु नानक साहब नूं पूजिया, सतगुरु नूं पूजिया, तिन कि जिन्हां ने पूजिया तिन दा अर्थ उन्हां हर पूज करावा हरी ने परमात्मा ने उन्हां गुरसिखां दी उन्हां गुरमुखां दी पूजा आदर मान सन्मान करा दिता। जिन्हां ने गुरु नूं पूजिया उन्हां दी घाल थाएं पै गई। सतगुरु ने वो पूजा करन वालियां दी भी पूजा करा दित्ती। उन्हां दा अदब सत्कार सतगुरां ने किरपा करके करा दिता। ये है सतगुरु दे इस अमृत बचन दे अखरी अर्थ ने। हजूर ने अज बख्शिश की कि जिस थां ते सतगुरु जी जाके बैठ जान वो थां सुहावना हो जाता है। श्री गुरु ग्रंथ साहिब जी की अमृत गुरबाणी इस गल संबंधी बड़े स्पष्ट ये सानू उपदेश देंदी है। भावें असी कहांगे जमीन तां सारी इक्को जिही है, धरती तां सारी इक्को जिही है, इहदी विशेषता क्यों हो गई। चलो आपां इस पासे बिल्कुल नहीं चलना, किहड़ा बंदा की ख्याल दिंदा इस पासे, पर असी गुरु ग्रंथ साहिब चो दर्शन करांगे कि जमीन भावें सारी इक्को जी है। उंज वैसे जे बाहर मुखी देखो तो इहदी धरती शब्द इक्को जे वरतांगे, पर मिट्टी विच तां बड़ा फर्क है, मिट्टी की तसीर च बड़ा फर्क है। किते बिल्कुल उपजाऊ जरखेज़ मिट्टी मिलेगी, किते कलरी मिलेगी, किते रेतली मिलेगी, किते सानू पत्थरां वाली ज़मीन मिलेगी। पर इत्थे जिहड़ा सतगुरु गुरु ग्रंथ साहिब जी का एक मत है कि प्यारिओ, जिस जगह ते सतगुरु बैठ जाए, जिस जगह ते प्रभु की इबादत करने वाला बैठ जाए, जिस जगह ते परमात्मा की कीर्ति करने वाली संगत बैठ जाए, सच ये वे कि नाम करके गुरु की छूह करके इबादत करके उस धरती ते ओदी तसीर वखरी हो जाती है। वो वाकई धरती नालों वखरी प्रतीत हुंदी है। जिवें गुरु ग्रंथ साहिब की अमृत बाणी च हजूर दे कुछ बचन ने। इत्थे ये नहीं कि वो जमीन किन्ने रुपये मरला है, किन्ने रुपये गज है तां ओदी कीमत है। इत्थे सिर्फ ये वे कि ओदी बाहर मुखी भूगोलक स्थिति नाल नहीं जमीन की कीमत पानी। उत्थे तां ये वे कि सतगुरु दी उत्थे चरण पै गए, उत्थे रहमत वरत गई, तो उस रहमत का सदका उस जमीन की कीमत है। जिवें थोड़े जे बचन बाणी चो मैं अर्ज करना, एक पासे वो है जिथे उच्चे महल अटारियां ने, उच्चियां उच्चियां इमारतां ने, ते दूजे पासे वो थां है जिहड़ा बिल्कुल मैदानी जां टिब्बियां वाली थां, ते उस थां दे उत्ते कोई ज़्यादी वसों नहीं। पर गुरु ग्रंथ साहिब महाराज उहदे बारे अपने ये बचन कहिंदे आ कि जिस मारू थल विच, जिस रेतली धरती ते परमात्मा की इबादत की जाए, वो धरती रेतली भी सोहनी है, ते प्यारिओ जिस थां ते इबादत ना की जाए वो उच्चे चुबारे भी इस तरह नहीं जिवें मारू थल बन गए। असी गुरु जी का बचन पढ़ने, जिथै नाम जपिए प्रा प्यारे से अस्थिल सोयन चुबारे। प्यारिओ जिस थां ते परमात्मा की इबादत, जिस जगह ते उत्ते परमेश्वर वाहिगुरू जी का सिमरन हुंदा है, जिथै नाम जपिए प्रा प्यारे से अस्थिल सोयन चौबारे, जिथै नाम ना जपिए मेरे गोइंदा सही नगर उजाड़ी जियो। ये तुक फिर आप जी सरवण करियो, पाठ करने वालों पता है तो जिस अस्थल, जिस मारूथल च, जिस जमीन ते परमात्मा की इबादत की जाए, वो इस तरह जिमें सोने का चबारा है। जिथे नाम जपिए प्रा प्यारे से अस्थिल सोयन चुबारे,
जिथै नाम ना जपिया मेरे गोइंदा सही नगर उजाड़ी जियो। जिस जगह ते परमात्मा दी इबादत नहीं, भावें जिन्ना मर्जी उन्होंने चंगा शहर कहो, जिन्ना मर्जी चंगा नगर कहो, गुरु कहता है इबादत तो बिना वो थां इस तरह जिवें उजाड़ जंगल है। देखो थावां महाराज उत्ते थां दा जिक्र कर दे। इस तरह गुरु साहब जी की अमृत बाणी च एक बचन होर जैतसरी की वार विच गुरु अर्जुन साहब दा है। उत्थे थां इन्नी सोहनी है जिन्हों लोग स्वर्ग लोग कहते आ भी स्वर्ग के सारे सुख उत्थे आ, पर सच्चे पातशाह महाराज ये कृपा करते आ, कहते आ नहीं प्यारिओ कि जिथे परमात्मा की इबादत नहीं, बाहर मुखी सहूलतां भावें स्वर्ग वरियां ने, स्वर्ग जैसियां ने, पर हकीकत विच वो सुख भी आंजे जिवें कोई बंदा दोजक दी अग विच है। गुरु जी का बचन है, बसंत स्वर्ग लोक है, जित ते पृथ्वी नव खंडन है, बिसरंत खर गोपाल है, नानक ते प्राणी उद्यान भरमण है। हजूर दी जैतसरी की वार दा ये श्लोक, कोई इंसान स्वर्ग लोक विच वसदा होवे, उन्हें सारी धरती नूं जित्या होवे। बसंत स्वर्ग लोक है, जित ते पृथ्वी नव खंडन है, बिसरंत खर गोपाल है। खरी गोपाल परमात्मा नूं विसर जाना, भावें वो स्वर्ग लोक विच है। नानक ते प्राणी उद्यान भरमण है। वो स्वर्ग लोक नहीं, वो बड़ा खतरनाक भयानक एक जंगल है। फिर अर्ज उत्थे सुख ने, पर इबादत तो बिना वो उजाड़ है। दूजी मैं आपनूं बेनती की, जिन्हों मारूथल कहने आ, जिन्हों कहने इत्थे कुछ भी उपजदा नहीं, जे उत्थे इबादत है प्यारिओ सच ये वे उस जंगल विच भी मंगल बन जाता है जिथे पार ब्रह्म परमेश्वर की इबादत हुंदी है। तां मैं थोड़ी जी अर्ज की कि जिस जगह ते जिस थां ते इबादत सिमरन नाम होवेगा, उस जगह की विशेषता दूजियां थावां तो वखरी होवेगी। ये गल होर ये जे अध्यात्मक तौर पर देखिए, कई बारी दास बेनती करदा है कि असी जिहड़ियां सतगुरु दियां चरण छोह वालियां थावां ने, स्पर्शता वालियां थावां ने, अक्सर उन्हां नूं बादशाहां दियां बणियां होईयां इतिहासक इमारतां नाल तुलना देन लग पैंदे। मैं आम बंदियां दी गल कर रहा कि जिवें कि जिथे गुरु जी दे चरण पे उत्थे सोहना मंदिर बन गया, दरबार बन गया, तो कई बारी कई बंदे उन्हां दी तुलना संसारी बादशाहां दियां बनाईयां होईयां इमारतां दे नाल करन लग पैंदे आ। नहीं प्यारिओ, जिहड़ी सतगुरु दी थां है, जिथे सतगुरु दे चरण पैंदे, अगे असीं बाणी चों देखांगे एक गल, उस थां दे उत्ते जिथे इबादत जां बंदगी कीर्तन कीता सतगुरु बैठे आ, उस थां दी तसीर इन्नी जबरदस्त हुंदी है। उत्थों दा औरा शब्द वरतो, उत्थों दा आबा मंडल कह लो, जां उत्थों मैं शब्द वरतां भी, उत्थों दियां जिहड़ियां वेव्स ने, उत्थों दियां जिहड़ियां तरंगां ने, उन्हां विच ओह रूहानीयत मिली हुंदी है जिहड़ी सतगुरु दे कीर्तन पाठ सिमरन ते अपने मुबारक चरण पाण नाल हुंदी है। पर दुखांत यह है कि असी अज जदों देखने आ इन्हां थावां नूं, आप सारे जानदे हो, कहंदे सारे आ, गुरु साहब जिथे चरण पाए, पहली गल ते उस थां दी बनतर असी बिल्कुल गवा दित्ती। इस नूं असी स्वीकार करिए, क्योंकि पैसा सी, मार्बल सी, सोना सी, चांदी सी, असी समझिया भी असी उच्चे उच्चे बड़े कीमती मार्बल ला देंगे तो पता नहीं किन्नी को वड्डी शोभा हो जाएगी। पर याद रखियो गुरमुखो, उस मिट्टी नूं चुक के असी बाहर सटिया, मैं लफ्ज़ वरतन लगा वां क्योंकि अज मैं स्पष्ट बेनती करनी चाहना, थां दी पूजा तां है जे सतगुरु दे चरण पे, ते सिख दी पूजा तां है जे सिख ने गुरु दे चरनां नूं पूजा है। ये नहीं कहना भी मिट्टी दी पूजा हो गई। इत्थों तक कि बाणी विच एक शब्द आउंदा जी भगत नामदेव जी का, सारे दे अर्थ नहीं करांगा, टाइम इतना नहीं। वो शब्द है धन धन ओ राम बेन बाजै, मधुर मधुर धन अनहद गाजै। उस विच भगत नामदेव जी की एक तुक है, धन धन बन खंड बिंदरा बना,
ਜੇ ਖੇਲੇ ਸ਼੍ਰੀ ਨਾਰਾਇਣਾ। ਹੁਣ ਇਸ ਤੁਕ ਦੇ ਅਰਥ ਆਪ ਕਿਸੇ ਵੀ ਟੀਕਾਕਾਰ ਨੂੰ ਪੜ੍ਹਿਓ। ਧਨ ਧਨ ਬਨ ਖੰਡ ਬਿੰਦਰਾ ਬਣਾ। ਬਿੰਦਰਾ ਬਨ ਦਾ ਉਹ ਜੰਗਲ ਦਾ ਟੁਕੜਾ ਧਨਤਾ ਯੋਗ ਹੈ। ਕਿਉਂ? ਜੇ ਖੇਲੇ ਸ਼੍ਰੀ ਨਾਰਾਇਣਾ, ਜਿੱਥੇ ਕ੍ਰਿਸ਼ਨ ਜੀ ਖੇਡਦੇ ਰਹੇ। ਇਸ ਅਰਥ ਕੀਤੇ ਆ ਇਵਨ ਕਿ ਪ੍ਰੋਫੈਸਰ ਸਾਹਿਬ ਸਿੰਘ ਹੁਣਾਂ ਨੇ ਵੀ ਇਹੀ ਅਰਥ ਕੀਤੇ ਆ ਕਿ ਜੰਗਲ ਦਾ ਉਹ ਟੁਕੜਾ, ਉਹ ਥਾਂ ਧਨਤਾ ਯੋਗ ਹੈ ਜਿੱਥੇ ਕ੍ਰਿਸ਼ਨ ਜੀ ਖੇਡੇ। ਕੁਛ ਕੁ ਨੇ ਅਰਥ ਕੀਤੇ ਜਿੱਥੇ ਤੂੰ ਕ੍ਰਿਸ਼ਨ ਰੂਪ ਵਿੱਚ ਖੇਡਿਆ। ਚਲੋ ਰੂਪ ਕਹਿ ਲਓ, ਪਰ ਕ੍ਰਿਸ਼ਨ ਤਾਂ ਫਿਰ ਵੀ ਵਿੱਚ ਖਲੋਤਾ ਰਹਿਣਾ। ਇਸ ਕਰਕੇ ਮੇਰੀ ਇੱਕ ਬੇਨਤੀ ਹੈ ਕਿ ਜਿਸ ਥਾਂ 'ਤੇ ਗੁਰੂ ਦੇ ਚਰਨ ਪੈ ਗਏ, ਉਸ ਮਿੱਟੀ 'ਚ ਤਸੀਰ ਬੜੀ ਜ਼ਬਰਦਸਤ ਸੀ। ਕਿਉਂਕਿ ਮਿੱਟੀ ਨਰਜਿੰਦ, ਭਾਵੇਂ ਅਸੀਂ ਕਹਿ ਦਿੰਦੇ ਹਾਂ ਨਹੀਂ ਜੀ ਮਿੱਟੀ ਨਰਜਿੰਦ ਹੈ, ਮਿੱਟੀ ਦਾ, ਕਿਉਂਕਿ ਮਿੱਟੀ ਨੂੰ ਨਕੰਮੇ ਪਾਸੇ ਹੀ ਵਰਤਿਆ ਜਾਂਦਾ ਅਤੇ ਮਿੱਟੀ ਨੂੰ ਜੀਵਨ ਵਿੱਚ ਵੀ ਵਰਤਿਆ ਜਾਂਦਾ। ਉਦਾਹਰਨ ਦੇ ਤੌਰ 'ਤੇ ਆਪਣੇ ਪੰਜਾਬ ਵਿੱਚ ਇਹ ਸ਼ਬਦ ਕਹਿ ਦਿੰਦੇ ਆ, ਛੱਡੋ ਜੀ ਇਹ ਬੰਦਾ ਤਾਂ ਨਿਰੀ ਮਿੱਟੀ ਹੈ। ਉੱਥੇ ਮਿੱਟੀ ਦਾ ਨਕੰਮਾਪਨ ਦੱਸ ਰਹੇ ਆ, ਪਰ ਉਂਝ ਯਾਦ ਰੱਖਿਓ ਮਿੱਟੀ ਨਕੰਮੀ ਨਹੀਂ ਹੁੰਦੀ। ਮਿੱਟੀ ਜਿਹੜੀ ਹੈ ਉਹ ਸੰਗਤ ਦਾ ਅਸਰ ਕਬੂਲਦੀ ਹੈ। ਮਿੱਟੀ ਜਿਹੜੀ ਉਹ ਸ਼ਬਦ ਦੀਆਂ ਤਰੰਗਾਂ ਦਾ ਅਸਰ ਕਬੂਲਦੀ ਹੈ। ਜੋ ਚੀਜ਼ਾਂ 'ਤੇ ਸਭ ਤੋਂ ਜ਼ਿਆਦਾ ਕੀਰਤਨ ਦਾ ਸ਼ਬਦ ਦਾ ਅਸਰ ਹੁੰਦਾ ਹੈ, ਇੱਕ ਮਿੱਟੀ 'ਤੇ ਅਤੇ ਦੂਸਰਾ ਪਾਣੀ 'ਤੇ। ਇਹੀ ਕਾਰਨ ਕਿ ਅਧਿਆਤਮਿਕਤਾ ਵਿੱਚ ਚਰਨ ਧੂੜ ਦੀ ਅਤੇ ਪਾਣੀ ਦੀ ਬੜੀ ਮਹਾਨਤਾ ਹੈ। ਜਿਵੇਂ ਸਰੋਵਰ ਦੇ ਵਿੱਚ ਖਰੀ ਮੰਦਰ ਹੈ, 8 ਪਹਿਰ ਕੀਰਤਨ ਹੁੰਦਾ ਹੈ। ਅਤੇ ਆਪ ਯਾਦ ਰੱਖੋ, ਇਹ ਤਾਂ ਚਲੋ ਹੁਣ ਸਿੱਧ ਵੀ ਕਰਨ ਲੱਗ ਪਏ ਲੋਕ। ਅਤੇ ਉਂਝ ਮੇਰਾ ਖਿਆਲ, ਮੈਂ ਪਿਛਲੇ ਦਿਨ ਹੀ ਕਿਹਾ ਵੀ ਮੈਨੂੰ ਕਿਸੇ ਸਾਇੰਟਿਸਟ ਦੀ ਉਦਾਹਰਨ ਦੀ ਲੋੜ ਨਹੀਂ ਸਿੱਧ ਕਰਨ ਦੇ ਲਈ ਵੀ ਇਹ ਪਾਣੀ ਦੀ ਤਸੀਰ, ਇਸ ਜਲ ਦੀ ਤਸੀਰ ਕੈਸੀ ਹੈ। ਕੁਦਰਤੀ ਤੌਰ 'ਤੇ ਪਿਆਰਿਓ, ਜਿਸ ਪਾਣੀ ਦੇ ਕਿਨਾਰੇ ਬੈਠ ਕੇ, ਜਿਸ ਪਾਣੀ ਦੇ ਕੋਲ 8 ਪਹਿਰ ਪਰਮਾਤਮਾ ਦੀ ਇਬਾਦਤ, ਕੀਰਤਨ ਦੀਆਂ ਤਰੰਗਾਂ, ਕੀਰਤਨ ਦੀਆਂ ਪਾਠ ਦੀਆਂ ਧੁਨਾਂ ਉੱਠਣਗੀਆਂ। ਪਾਣੀ ਜੀਵੋਕ ਹੈ, ਪਾਣੀ ਨਰਜਿੰਦ ਨਹੀਂ। ਪਾਣੀ ਸਵੀਕਾਰਦਾ ਹਰ ਚੀਜ਼ ਨੂੰ। ਜਿਵੇਂ ਉਹ ਸ਼ਬਦ ਦੀਆਂ ਤਰੰਗਾਂ ਪਾਣੀ ਉੱਤੇ ਅਸਰ ਕਰਦੀਆਂ। ਦਾਸ ਨੇ ਇੱਕ ਵਾਰ ਅਰਜ਼ ਕੀਤੀ ਸੀ, ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਦੀ ਦਾਤ ਦਿੱਤੀ, ਕਿਉਂਕਿ ਮੈਂ ਸਮੇਂ ਅਨੁਸਾਰ ਇਹਦੇ ਵਿੱਚ ਰਹਿਣਾ। ਉਂਝ ਤਾਂ ਵੈਸੇ ਇਕੱਲੇ ਇਸ ਪਵਿੱਤਰ ਪਦੇ ਦੇ ਕਈ ਦਿਨ ਅਰਥ ਚਾਹੀਦੇ ਆ ਕਿ ਇਹ ਜਿਹੜੇ ਜਿੰਨੇ ਬਚਨ 4 ਤੁਕਾਂ ਕਹੀਆਂ ਮਹਾਰਾਜ ਨੇ, ਇਹ ਸਿਰੇ ਦੇ ਅੰਮ੍ਰਿਤ ਬਚਨ ਨੇ। ਹੁਣ ਸਤਿਗੁਰੂ ਨੇ ਜਦੋਂ ਅੰਮ੍ਰਿਤ ਦੀ ਦਾਤ ਦਿੱਤੀ, ਸਤਲੁਜ ਦਾ ਨਿਰਮਲ ਨੀਰ ਬਾਟੇ 'ਚ ਪਾਇਆ, ਹੈ ਤਾਂ ਪਾਣੀ ਨਾ ਜੀ। ਮੈਂ ਅਰਜ਼ ਕਰਾਂ, ਅੱਜ ਵੀ ਤੁਸੀਂ ਦੇਖੋ ਜਦੋਂ 5 ਪਿਆਰੇ ਸਾਹਿਬ ਪੌਲ ਤਿਆਰ ਕਰਦੇ ਆ, ਅੰਮ੍ਰਿਤ ਤਿਆਰ ਕਰਦੇ ਆ, ਉਸੇ ਖੂਹ ਦਾ, ਉਸੇ ਟੂਟੀ ਦਾ, ਉਸੇ ਨਲਕੇ ਦੇ ਪਾਣੀ ਸਵੇਰੇ ਇਸ਼ਨਾਨ ਕਰਨੇ, ਅਤੇ ਉਸੇ ਪਾਣੀ ਦੀ ਬਾਲਟੀ ਭਰ ਕੇ 5 ਪਿਆਰੇ ਸਤਿਗੁਰਾਂ ਦੇ ਹਜ਼ੂਰ ਸਨਮੁਖ ਬੈਠ ਕੇ ਆਪਣੀ ਨਜ਼ਰ ਪਾਣੀ 'ਤੇ ਟਿਕਾਉਂਦੇ ਆ। 45 ਉਂਗਲਾਂ ਬਾਟੇ ਨੂੰ ਪਕੜਦੀਆਂ ਨੇ, ਕਿਉਂਕਿ ਇੱਕ ਹੱਥ ਨਾਲ ਵਾਰੀ ਵਾਰੀ ਉਹ ਖੰਡਾ ਚਲਾਉਂਦੇ ਆ, ਬਾਟੇ ਦੇ ਵਿੱਚ ਖੰਡਾ ਫੇਰਦੇ ਆ। 10 ਅੱਖਾਂ ਉਹਦੇ 'ਤੇ ਨੇ, 45 ਉਂਗਲਾਂ ਨੇ, 9 ਹੱਥਾਂ ਨੇ ਘੁੱਟ ਕੇ ਬਾਟਾ ਪਕੜਿਆ ਅਤੇ ਆਪਣੀ ਰਸਨਾ ਤੋਂ ਪਿਆਰ 'ਚ ਭਿੱਜ ਕੇ ਗੁਰੂ ਕੀ ਬਾਣੀ ਪੜ੍ਹਦੇ ਆ। ਅਤੇ ਉਸ ਨੂੰ ਜਦੋਂ ਅਜੇ ਬਾਟੇ 'ਚ ਪਾਇਆ, ਉਦੋਂ ਕਹਿੰਦੇ ਜਲ ਲੈ ਕੇ ਆਓ। ਜਦੋਂ ਅਜੇ ਬਾਟੇ 'ਚ ਪਾਇਆ ਅਤੇ ਇਹ ਕਿਹਾ ਜਾਂਦਾ ਵੀ ਬਾਹਰੋਂ ਨਿਰਮਲ ਜਲ ਦੀ ਬਾਲਟੀ ਲੈ ਆਂਦੀ। ਕਦੀ ਕੋਈ ਨਹੀਂ ਕਹਿੰਦਾ ਵੀ ਨਲਕੇ ਤੋਂ ਅੰਮ੍ਰਿਤ ਭਰ ਲਿਆਂਦਾ ਕਿ ਨਹੀਂ। ਇਹੀ ਗੱਲ ਕਹਿੰਦੇ ਆ ਵੀ ਜਲ ਲੈ ਆਂਦਾ। ਅਤੇ ਜਦੋਂ ਉਹਦੇ 'ਤੇ ਬਾਣੀ ਪੜ੍ਹੀ ਜਾਏ, ਗੁਰੂ ਗ੍ਰੰਥ ਸਾਹਿਬ ਦੀ ਜੋਤ ਆਪਣੀ ਜੁਗਤ ਉਹਨਾਂ ਗੁਰਸਿੱਖਾਂ ਲਈ ਵਰਤਾਏ, ਅਤੇ ਉਸੇ ਪਾਣੀ ਨੂੰ ਥੋੜ੍ਹੇ ਦੇਰ ਬਾਅਦ ਕਹਿੰਦੇ ਆ ਵੀ ਗੁਰੂ ਕੀ ਪੌਲ ਅੰਮ੍ਰਿਤ ਤਿਆਰ ਹੋ ਗਿਆ ਹੈ। ਜਿਹੜੀ ਸਤਿਗੁਰੂ ਨੇ ਦਾਤ ਦਿੱਤੀ, ਇਹਦੇ ਵਿੱਚ ਰੂਹਾਨੀਅਤ ਹੈ। ਇਹ ਕਰਮ ਕਾਂਡ ਨਹੀਂ। ਉਸ ਦਿਨ ਮੈਂ ਕਿਹਾ ਇਹਨੂੰ ਬਿਪਟਾਈਜ਼ ਨਾਲ, ਇਹਨੂੰ ਜਨੇਊ ਨਾਲ, ਇਹਨੂੰ ਸੁੰਨਤ ਨਾਲ ਮਤ ਤੁਲਨਾ ਦਿਓ। ਸਤਿਗੁਰਾਂ ਦੀ ਨਜ਼ਰ ਪਈ, ਬਾਣੀ ਦਾ ਅਸਰ ਹੋਇਆ, ਉਸ ਬਾਣੀ ਦੀਆਂ ਤਰੰਗਾਂ ਨੇ ਉਸ ਪਾਣੀ ਨੂੰ ਅੰਮ੍ਰਿਤ ਰੂਪ ਦੇ ਦਿੱਤਾ। ਅੰਮ੍ਰਿਤ ਜਲ ਬਣ ਗਿਆ, ਉਹ ਅੰਮ੍ਰਿਤ ਜੀਵਨ ਦੇਣ ਵਾਲਾ ਅੰਮ੍ਰਿਤ। ਮੈਂ ਆਪ ਨੂੰ ਅਰਜ਼ ਕਰਾਂ, ਇੱਕ ਮਿੱਟੀ ਅਤੇ ਇੱਕ ਪਾਣੀ, ਇਹ 2 ਚੀਜ਼ਾਂ ਬਹੁਤ ਛੇਤੀ ਅਸਰ ਕਬੂਲਦੀਆਂ ਨੇ। ਪਰ ਸਾਡੀ ਮੁਸ਼ਕਲ ਇਹ ਆ ਗਈ, ਮੰਨ ਲਓ ਜੇ ਕੋਈ ਸੱਜਣ ਉਸ ਧਰਤੀ 'ਤੇ ਮੱਥਾ ਟੇਕਦਾ ਸੀ ਅਤੇ ਅਸੀਂ ਇੱਕੋ ਗੱਲ ਕਹੀ ਵੀ ਇਹਨੂੰ ਰੁੱਖ ਨੂੰ ਪੱਟ ਦਿਓ, ਕਿਉਂ ਜੀ ਇਹ ਰੁੱਖ ਦੀ ਪੂਜਾ ਕਰੀ ਜਾ ਰਹੇ ਆ। ਮੈਂ ਆਪ ਨੂੰ ਬੇਨਤੀ ਕਰਾਂਗਾ, ਉਹ ਸਿਆਣੇ ਸੁਗੜਵਾ ਸੱਜਣੋ, ਮੈਂ ਆਪ ਜੀ ਦੀ ਰਾਏ ਨੂੰ ਸਵੀਕਾਰਾਂਗਾ,
पर चेते रखियो रुख दुनिया च बहुत मिलणगे, पर जिस रुख नूं गुरु दी छूह मिल जाए उहनूं आम रुख मत समझो। आपां ਉਹ रुख भी पट दिते, ਉਹ जिथे सतगुरु बैठे हो मिट्टी पट के बाहर सड़ दिती। सारियां थावां ते पक्का पत्थर, पक्का मार्बल, सोना हर थां ते ला दिता। मैनूं कई वारी इंज प्रतीत हुंदा होए गुरसिखो ਜਿਹੜੀ मिट्टी ते गुरु नानक दे चरण पए होणगे उस मिट्टी दी तसीर कैसी होवेगी। वो रुख किन्ना भागां वाला है। एक दिन मैं अर्ज कीती है जे माछीवाड़े गुरुद्वारा चरण कमल साहिब विखे वो रुख जंड दा बचिया है, जिथे ख्याल पातशाही 10वीं गुरु जी ने कहा सी। नानक मता साहिब दा वो पिपल अजे बचिया है, जिन्हों जोगियां उड़ाया गुरु नानक साहिब ने रोक दिता, साड़िया जोगियां ने ते 6वें जामे गुरुदेव ने केसर दे छिट्टे मारे इसे धरती ते गए। मैं सिर्फ एक ये अर्ज कर रहा कि उन्हां थावां नूं ना छेड़िया जांदा बहुत चंगा हुंदा, क्योंकि असी उन्हां नूं हिस्टोरीकल थां दे रूप विच विकसित किया, पर वो थावां केवल इतिहासक नहीं सन। इतिहासक हैं, मैं अर्ज करा भी हिस्टरी बोलदी इत्थे गुरु जी गए, इत्थे साहिबजादे, इत्थे माता जी। वो गुरमुखो वो थावां केवल इतिहासक नहीं, लाल किला इतिहासक है, कुतुब मीनार इतिहासक है, ताज महल इतिहासक है, आगरे दा लाल किला इतिहासक है, पर याद रखियो वो स्पिरिचुअल नहीं, वो रूहानी नहीं। वो किले, वो इमारतां, वो थां, वो तख्त, वो चीज़ां ਜਿਹੜੀਆਂ ਬਾਦਸ਼ਾਹ ਦੀ ਛੂਹ ਨਾਲ ਬਣੀਆਂ ਨੇ, ਉਹ ਚੀਜ਼ਾਂ ਸਦੀਆਂ ਬਾਅਦ ਵੀ ਸਿਰਫ ਇੱਕ ਹਿਸਟਰੀ ਦਾ, ਇਤਿਹਾਸ ਦਾ ਸਰੋਤ ਬਣ ਗਈਆਂ। ਪਰ ਜਿੱਥੇ ਗੁਰੂ ਜੀ ਦੇ ਰੂਹਾਨੀ ਚਰਨ ਪੈ ਗਏ ਪਿਆਰਿਓ, ਉਹ ਥਾਂ ਕੇਵਲ ਹਿਸਟੋਰੀਕਲ ਨਹੀਂ, ਉਹ ਹਿਸਟੋਰੀਕਲ ਇਤਿਹਾਸਕ ਹੋਣ ਦੇ ਨਾਲ ਨਾਲ ਉਸ ਥਾਂ ਤੋਂ ਰੂਹਾਨੀਅਤ ਦੀ ਫੁਹਾਰ ਨਿਕਲਦੀ ਹੈ। ਇਸ ਕਰਕੇ ਅਰਜ਼ ਸੀ ਕਿ ਅੱਜ ਗੱਲ ਚੱਲੀ ਥਾਂ ਦੀ। ਪਹਿਲਾਂ ਮੈਂ ਆਰੰਭ 'ਚ ਬੇਨਤੀ ਤਾਂ ਕੀਤੀ ਹੈ ਜਿਵੇਂ ਗੁਰੂ ਥਾਵਾਂ ਵੱਲ ਨਹੀਂ ਆਇਆ। ਸਿੱਖ ਕਿਵੇਂ ਲੱਭਦੇ ਆ? ਗੁਰੂ ਸਾਹਿਬ ਜੀ ਨੇ ਬਾਣੀ 'ਚ ਸ਼ਬਦ ਕਹੇ, ਮੈਂ ਉਦਾਹਰਨ ਦਿੱਤੀ, ਇੱਕ ਪਾਸੇ ਸਵਰਗ, ਇੱਕ ਪਾਸੇ ਇਬਾਦਤ, ਇੱਕ ਪਾਸੇ ਮੈਦਾਨ, ਦੂਜੇ ਪਾਸੇ ਮਹੱਲ। ਕਬੀਰ ਸਾਹਿਬ ਜੀ ਦਾ ਇੱਕ ਬਚਨ ਕਹੇ ਕਿ ਜਿੰਨਾ ਰੂਹਾਨੀ ਜੀਵਨ ਉੱਚਾ ਹੋਵੇਗਾ ਓਨੀ ਜ਼ਿਆਦਾ ਥਾਂ 'ਤੇ ਉਹਦੀਆਂ ਰੂਹਾਨੀਅਤ ਦੀਆਂ ਤਰੰਗਾਂ ਫੈਲਣਗੀਆਂ। ਜਿੰਨਾ ਤੇ ਉਹ ਮਰਨਗੀਆਂ ਨਹੀਂ, ਸਰੀਰ ਜਾਣ ਤੋਂ ਬਾਅਦ ਵੀ ਉੱਥੇ ਰਹਿਣਗੀਆਂ, ਉਹ ਬਿਲਕੁਲ ਨਹੀਂ ਜਾਣਗੀਆਂ। ਜਿਵੇਂ ਉਹਨਾਂ ਦਾ ਇੱਕ ਬਚਨ ਹੈ, ਕਬੀਰ ਸੋਈ ਮੁਖ ਧਨ ਹੈ, ਉਹ ਮੁਖ ਧਨਤਾ ਜੋਗ ਹੈ। ਜੇ ਮੁਖ ਕਹੀਏ ਰਾਮ, ਜਿਸ ਮੁਖ ਨਾਲ ਰਾਮ ਪ੍ਰਭੂ ਨੂੰ ਬੋਲਿਆ ਜਾਏ, ਦੇਹੀ ਕਿਸ ਕੀ ਬਾਪਰੀ ਪਵਿੱਤਰ ਹੋਏਗੋ ਗ੍ਰਾਮ। ਹੁਣ ਇਹ ਤੁਕ ਦੇਹੀ ਕਿਸ ਕੀ ਬਾਪਰੀ, ਜਿਸ ਮੁਖ 'ਚੋਂ ਨਾਮ ਜਪਿਆ ਜਾਣਾ ਹੈ ਉਹ ਦੇਹੀ ਤਾਂ ਪਵਿੱਤਰ ਹੋਏਗੀ ਹੋਏਗੀ। ਉੱਥੇ ਕਹਿਣ ਲੱਗੇ ਇਕੱਲੀ ਦੇਹੀ ਨਹੀਂ, ਪਵਿੱਤਰ ਹੋਏਗੋ ਗ੍ਰਾਮ। ਜਿੱਥੇ ਇਬਾਦਤ ਵਾਲਾ ਬੈਠ ਜਾਏਗਾ ਪਿਆਰਿਓ, ਉਹ ਪਿੰਡ, ਉਹ ਸ਼ਹਿਰ, ਉਹ ਗ੍ਰਾਮ ਵੀ ਪਵਿੱਤਰ ਹੋ ਜਾਏਗਾ। ਪਰ ਉਸ ਪਵਿੱਤਰਤਾ ਨੂੰ ਉਹ ਲੋਕ ਜਾਣਨਗੇ ਜਿਹੜੇ ਪਵਿੱਤਰਤਾ ਦੇ ਪੰਧ 'ਤੇ ਸਫ਼ਰ ਕਰਨਗੇ। ਮੈਂ ਇਹ ਲਫ਼ਜ਼ ਤਾਂ ਦੁਹਰਾਉਣ ਲੱਗਾ ਕਿਉਂਕਿ ਆਵੇਗਾ ਮਨ 'ਚ ਜੇ ਇਹ ਥਾਂ ਇਸ ਤਰ੍ਹਾਂ ਇੱਥੇ ਤੇ ਆਹ ਵੀ ਬੰਦੇ ਰਹਿੰਦੇ ਨੇ, ਇੱਥੇ ਆ ਵੀ ਰਹਿੰਦੇ ਨੇ। ਪਰ ਮੈਂ ਫਿਰ ਅਰਜ਼ ਕਰਾਂ, ਪਵਿੱਤਰਤਾ ਦੀ ਉਸ ਚੀਜ਼ ਨੂੰ ਉਹੀ ਮਹਿਸੂਸ ਕਰੇਗਾ ਜਿਹੜਾ ਪਵਿੱਤਰਤਾ ਦਾ ਪਾਂਧੀ ਹੈ, ਜਿਹੜਾ ਸੁਰਤ ਨਾਲ ਪੈਂਡੇ ਤੈਅ ਕਰਦਾ ਹੈ, ਅਤੇ ਜਿਹੜਾ ਬਾਹਰਮੁਖੀ ਮਟੀਰੀਅਲ ਨੂੰ ਦੇਖਦਾ ਹੈ ਉਹਦੇ ਵਾਸਤੇ ਸਿਰਫ ਇੱਕ ਇਮਾਰਤ ਹੈ, ਉਸ ਤੋਂ ਜ਼ਿਆਦਾ ਕੁਛ ਨਹੀਂ। ਉਹਦੇ ਵਾਸਤੇ ਇੱਕ ਇਤਿਹਾਸਕ ਸਰੋਤ ਹੈ, ਪਰ ਜਿਹੜਾ ਬੰਦਗੀ ਕਰਦਾ ਹੈ ਉਹਦੇ ਵਾਸਤੇ ਕੇਵਲ ਇਤਿਹਾਸਕ ਥਾਂ ਨਹੀਂ, ਉਹਦੇ ਵਾਸਤੇ ਉੱਥੇ ਰੂਹਾਨੀਅਤ ਦਾ ਚਸ਼ਮਾ ਫੁੱਟਿਆ ਹੋਇਆ ਹੈ। ਗੁਰੂ ਸਾਹਿਬ ਜੀ ਨੇ ਬਖਸ਼ਿਸ਼ ਕੀਤੀ। ਮੈਂ ਥੋੜ੍ਹੀ ਜਿਹੀ ਇੱਕ ਉਦਾਹਰਨ ਹੋਰ ਦੇ ਕੇ ਇਸ ਬਚਨ ਵੱਲ ਆਉਣਾ ਕਿ ਜਿੰਨਾ ਕੋਈ ਜੀਵਨ ਪਵਿੱਤਰ ਹੈ ਉਹਨਾਂ ਉਹਦਾ ਚੁਗਿਰਦਾ ਪਵਿੱਤਰ ਹੋਵੇਗਾ, ਇਹ ਸਪਸ਼ਟ ਹੈ। ਪਰ ਉੱਥੇ ਬਿਰਤੀ ਚਾਹੀਦੀ ਲੈਣ ਵਾਲੀ। ਹਰ ਬੰਦੇ 'ਤੇ ਅਸਰ ਨਹੀਂ ਹੋਵੇਗਾ ਨਾ। ਜੇ ਅਸੀਂ ਇਹ ਸ਼ਬਦ ਕਹੀਏ ਵੀ ਸਾਰਿਆਂ 'ਤੇ ਅਸਰ ਕਿਉਂ ਨਹੀਂ ਹੁੰਦਾ ਜੇ ਥਾਂ ਪਵਿੱਤਰ, ਤੇ ਦੁੱਖ ਇਸ ਚੀਜ਼ ਦਾ ਹੈ ਕਿ ਅੱਜ ਸਾਡੇ ਲੋਕ ਬਜਾਏ ਕਿ ਆਪਣੇ ਜੀਵਨ ਨੂੰ ਘੋਖਣ ਦੇ ਉਹ ਗੁਰੂ ਵੱਲ ਇਸ਼ਾਰੇ ਕਰਨ ਲੱਗ ਪੈਂਦੇ ਆ। ਜੇ ਇਹ ਥਾਂ ਇਸ ਤਰ੍ਹਾਂ ਦੀ ਸਾਰੇ ਕਿਉਂ ਨਾ ਹੋ ਗਏ? ਨਹੀਂ ਪਿਆਰਿਓ, ਕਦੀ ਨਹੀਂ ਸਾਰੇ ਹੋ ਸਕਦੇ। ਯਾਦ ਰੱਖਿਓ, ਚੰਦਨ ਦਾ ਰੁੱਖ ਬੜਾ ਕੀਮਤੀ ਹੈ। ਅਸੀਂ ਕਹਿੰਦੇ ਹਾਂ ਚੰਦਨ ਸੁਗੰਧੀ ਦਿੰਦਾ, ਸਾਰੇ ਮੰਨਦੇ ਆ।
ਬਾਣੀ ਇਸ ਗੱਲ ਨੂੰ ਸਵੀਕਾਰਦੀ ਹੈ। ਪਰ ਅਰਿੰਡ, ਛਿਛਰਾ, ਕਿੱਕਰ, ਟਾਹਲੀ, ਪਿੱਪਲ, ਜ਼ਮੀਨ 'ਤੇ ਪਿਆ ਹੋਇਆ ਘਾਹ, ਉਹ ਤਾਂ ਚੰਦਨ ਦੀ ਸੁਗੰਧੀ ਨਾਲ ਮਹਿਕ ਜ਼ਰੂਰ ਕਬੂਲ ਕਰ ਲਏਗਾ, ਉਹ ਸੁਗੰਧੀ ਨਾਲ ਭਰਿਆ ਜਾਏਗਾ। ਕੋਲ ਖਲੋਤਾ ਵਾਂਸ ਉਹ ਬਿਲਕੁਲ ਸੁਗੰਧੀ ਲਏਗਾ ਨਹੀਂ। ਅਸੀਂ ਕਦੀ ਕਹਿੰਦੇ ਹਾਂ ਵੀ ਚੰਦਨ ਨੂੰ ਨਹੀਂ ਮੰਨਦੇ, ਚੰਦਨ ਤੂੰ ਕਿਹੜਾ ਸਾਰਿਆਂ ਨੂੰ ਇੱਕੋ ਜਿਹੀ ਸੁਗੰਧੀ ਦੇਣਾ। ਨਹੀਂ ਪਿਆਰਿਓ, ਵਾਂਸ ਸੁਗੰਧਤ ਨਹੀਂ ਹੁੰਦਾ। ਇਸੇ ਤਰ੍ਹਾਂ ਗੁਰੂ ਘਰ, ਇਤਿਹਾਸਕ ਸਥਾਨ, ਰੂਹਾਨੀ ਥਾਂ, ਉੱਥੇ ਵੀ ਉਹੀ ਸੁਗੰਧੀ ਲੈਂਦੇ ਨੇ ਜਿਹੜੇ ਇਸ ਰਸਤੇ ਦੇ ਪਾਂਦੀ ਨੇ ਤੇ ਜਿਹੜੇ ਹੰਕਾਰ 'ਚ ਡੁੱਬੇ ਆ। ਪਿਆਰਿਓ, ਵਾਂਸ ਦੀ ਤਰ੍ਹਾਂ ਉਹਨਾਂ ਨੂੰ ਕਿੱਥੇ ਸੁਗੰਧੀ ਆ ਜਾਣੀ। ਕਬੀਰ ਸਾਹਿਬ ਜੀ ਦੇ 2 ਬਚਨ ਨੇ, ਕਬੀਰ ਚੰਦਨ ਕਾ ਬਿਰਵਾ ਭਲਾ ਬੇਡਿਓ ਢਾਕ ਪਲਾਸ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਉਹ ਚੰਦਨ ਹੋ ਜਾਂਦਾ ਚੰਦਨ ਕੋ ਰਹਿੰਦਾ। ਤੇ ਦੂਜੇ ਪਾਸੇ ਉਹੀ ਮਹਾਰਾਜ ਕਹਿੰਦੇ ਆ, ਕਬੀਰ ਬਾਂਸ ਵਡਾਈ ਬੂਢਿਆ ਇਉਂ ਮਤ ਡੂਬੋ ਕੋਏ, ਚੰਦਨ ਕੇ ਨਿਕਟੈ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਇਹ ਇੱਕ ਮਹਾਂਪੁਰਖ ਦੇ ਦੋਨੋਂ ਸ਼ਲੋਕ ਨੇ। ਫਿਰ ਮੈਂ ਰਿਪੀਟ ਕਰ ਲੱਗਾ, ਓਏ ਪੀ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਤੇ ਦੂਜੇ ਪਾਸੇ ਬਚਨ ਕਰ ਦਿੱਤਾ ਕਿ ਚੰਦਨ ਕੈ ਨਿਕਟੈ ਬਸੈ ਬਾਂਸ ਸੁਗੰਧ ਨਾ ਹੋਏ। ਇੱਕ ਨਿਕਟੈ ਬਸੈ, ਦੂਜੇ ਪਾਸੇ ਕਹਿ ਰਿਹਾ ਬਸੇ ਜੋ ਚੰਦਨ ਪਾਸ। ਇੱਕ ਪਾਸ ਦੇ ਤੌਰ ਤੇ ਦੋਨੋਂ ਕੋਲ ਨੇ, ਨੇੜਤਾ ਕਰਕੇ ਕਰੀਬੀ ਤਾਂ ਦੋਨੋਂ ਨੇ। ਪਰ ਨਹੀਂ ਪਿਆਰਿਓ, ਇਹ ਗੱਲ ਗੁਰੂ ਨੇ ਵਾਂਸ ਤੇ ਅਰਿੰਡ ਦੀ ਨਹੀਂ ਕਹੀ, ਇਹ ਮਾਨਸਿਕ ਤੌਰ ਤੇ ਮਨੁੱਖੀ ਮਨਾਂ ਦੀ ਵੀ ਗੱਲ ਕੀਤੀ। ਮਹਾਰਾਜ ਜੀ ਨੇ ਕਿਹਾ, ਜਿਨ ਕੇ ਚਿੱਤ ਕਠੋਰ ਕੈਸੇ ਬਹਿ ਨ ਸਤਿਗੁਰ ਪਾਸ, ਉੱਥੇ ਸੱਚ ਵਰਤਦਾ ਕੂੜਿਆਰਾਂ ਚਿੱਤ ਉਦਾਸ। ਓਏ ਵੱਲ ਛਲ ਕਰ ਝੱਤ ਕੱਢ ਦੇ ਫਿਰ ਜਾਏ ਬਹਿ ਕੂੜਿਆਰਾਂ ਪਾਸ, ਵਿੱਚ ਸੱਚੇ ਕੂੜ ਨਾ ਗੱਡੀ ਮਨ ਵੇਖੋ ਕਰ ਨਿਰਜਾਸ। ਕੂੜਿਆਰ ਕੂੜਿਆਰੀ ਜਾਏ ਰਲੇ, ਸਚਿਆਰ ਸਿੱਖ ਬੈਠੇ ਸਤਿਗੁਰ ਪਾਸ। ਇਹ ਉਦਾਹਰਨ ਸਿਰਫ ਦਾਸ ਨੇ ਇਸ ਕਰਕੇ ਦਿੱਤੀ ਕਿ ਆਪਣੀ ਭਾਵਨਾ ਰੱਖ ਕੇ ਚੱਲੀਏ ਗੁਰੂ ਅਸਥਾਨ ਦੇ ਲਈ। ਮੈਂ ਸਿਰਫ ਇੱਕ ਉਦਾਹਰਨ ਦੇਣ ਲੱਗਾ ਕਿ ਜਿੰਨਾ ਪਵਿੱਤਰ ਜੀਵਨ, ਉਹਨਾਂ ਮਿੱਟੀ ਅਸਰ ਕਬੂਲਦੀ ਹੈ, ਉਹਨਾਂ ਰੁੱਖ ਅਸਰ ਕਬੂਲਦੇ ਨੇ, ਓਨੀ ਹਵਾ ਅਸਰ ਕਬੂਲਦੀ। ਉਸ ਥਾਂ ਦਾ ਔਰਾ ਜੋ ਕਹਿ ਲਓ, ਜਾਂ ਉਸ ਥਾਂ ਦੀ ਰੂਹਾਨੀ ਮੰਡਲ ਨੂੰ ਕਦੀ ਨਹੀਂ ਖਤਮ ਕਰ ਸਕਦਾ, ਨਾ ਉਹ ਬੰਦੂਕਾਂ ਨਾਲ ਨਾ ਤੋਪਾਂ ਨਾਲ। ਪਰ ਫਿਰ ਸ਼ਰਤ ਮੈਂ ਬੇਨਤੀ, ਉਹ ਚੀਜ਼ ਨੂੰ ਛੇੜਿਆ ਨਾ ਜਾਏ। ਅੱਜ ਮੈਂ ਕੱਪੜੇ ਪਾਏ ਨੇ, ਆਪ ਬਸਤਰ ਪਹਿਨਦੇ ਹੋ, ਆਉਣ ਵਾਲਾ ਸਮਾਂ ਦੱਸੇਗਾ। ਜੇ ਇੱਕ ਕੱਪੜੇ ਨੂੰ ਅਸੀਂ ਸਾਂਭ ਕੇ ਰੱਖ ਲਈਏ, ਉਹਨੂੰ ਸਾਂਭ ਲਈਏ, ਆਉਣ ਵਾਲਾ ਸਮਾਂ ਦੱਸ ਦੇਗਾ। ਜੇ 1000 ਸਾਲ ਬਾਅਦ ਵੀ ਜਿਹੜਾ ਕੱਪੜਾ ਬੰਦੇ ਨੇ ਆਪਣੇ ਤਨ 'ਤੇ ਪਾਇਆ ਸੀ, ਬੰਦਾ ਚਲਾ ਗਿਆ, ਪਰ ਇਸ ਬੰਦੇ ਦਾ ਸੁਭਾਅ ਕਿਹੋ ਜਿਹਾ ਸੀ। ਇਹ ਚੀਜ਼ਾਂ ਅਦ੍ਰਿਸ਼ਟ, ਗੱਪ ਤੇ ਭਰਮ ਨਹੀਂ, ਅਦ੍ਰਿਸ਼ਟ ਇਹ ਚੀਜ਼ਾਂ ਵਰਦੀਆਂ ਨੇ। ਗੁਰੂ ਨਾਨਕ ਸਾਹਿਬ ਬਗਦਾਦ ਗਏ। ਬਗਦਾਦ ਇਰਾਕ ਦੀ ਕੈਪੀਟਲ ਹੈ, ਬਗਦਾਦ ਸ਼ਹਿਰ ਹੈ। ਪਰ ਇਸਲਾਮਿਕ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਅਨੁਸਾਰ ਬਗਦਾਦ ਦਾ ਲਫ਼ਜ਼ੀ ਅਰਥ ਹੈ ਰੱਬ ਦਾ ਦਿੱਤਾ ਹੋਇਆ ਤੋਹਫਾ। ਭਾਈ ਸਾਹਿਬ ਨੇ ਸ਼ਬਦ ਵਰਤੇ ਆ ਵੀ ਬਗਦਾਦ ਸ਼ਬਦ ਵਰਤੇ ਹੈ, ਪਰ ਮੈਂ ਇਹ ਅਰਜ਼ ਕਰ ਰਿਹਾ, ਇਸਲਾਮਿਕ ਇਨਸਾਈਕਲੋਪੀਡੀਆ ਆਫ ਇਸਲਾਮ, ਉਹਦੇ ਮੁਤਾਬਕ ਬਗਦਾਦ ਦਾ ਅਰਥ ਹੈ ਕਿ ਰੱਬ ਦਾ ਦਿੱਤਾ ਤੋਹਫਾ। ਮਹਾਰਾਜ ਬਗਦਾਦ ਗਏ ਤੇ ਇੱਕ ਤੁਕ ਅਸੀਂ ਸਾਰੇ ਕਹਿੰਦੇ ਹਾਂ ਕਿ ਮਹਾਰਾਜ ਜਦੋਂ ਗਏ ਤੇ ਬਗਦਾਦ ਵਿੱਚ ਗੁਰਦੇਵ ਨੇ ਬਾਂਗ ਦਿੱਤੀ। ਬਾਂਗ ਇਹ ਅੱਲਾਹੂ ਅਕਬਰ ਨਹੀਂ, ਉਸ ਬਾਂਗ ਦੀ ਸ਼ਬਦਾਵਲੀ ਭਾਈ ਮਨੀ ਸਿੰਘ ਉਹਨਾਂ ਨੇ ਲਿਖੀ ਹੋਈ। ਬਚਨ ਹੈ, ਫਿਰ ਬਾਬਾ ਗਿਆ ਬਗਦਾਦ ਨੂੰ, ਬਾਹਰ ਜਾਏ ਕੀਆ ਅਸਥਾਨਾ, ਇੱਕ ਬਾਬਾ ਅਕਾਲ ਰੂਪ ਦੂਜਾ ਰਬਾਬੀ ਮਰਦਾਨਾ। ਅਰਥ ਬੜੇ ਸੌਖੇ ਨੇ, ਪੰਜਾਬੀ ਦੀਆਂ ਸਤਰਾਂ ਨੇ। ਬਾਹਰ ਥਾਂ ਟਿਕਾਣਾ ਕੀਤਾ, ਬਾਬਾ ਜੀ ਬਗਦਾਦ ਗਏ। ਇੱਕ ਮੇਰਾ ਸਤਿਗੁਰੂ ਗੁਰੂ ਨਾਨਕ ਸਾਹਿਬ ਤੇ ਦੂਜੇ ਪਾਸੇ ਨਾਲ ਰਬਾਬ ਵਜਾਉਣ ਵਾਲਾ ਮਰਦਾਨਾ। ਅਗਲੇ ਬਚਨ, ਦਿੱਤੀ ਬਾਂਗ ਨਿਵਾਜ ਕਰ। ਗੁਰੂ ਨੇ ਬਾਂਗ ਦਿੱਤੀ। ਉਹ ਬਾਂਗ ਕੀ ਸੀ? ਗੁਰਬਰ ਅਕਾਲ ਚਿਤ ਚਰਨ ਨਾਮ, ਘਰ ਘਰ ਪ੍ਰਣਾਮ, ਸਤਿ ਸ਼੍ਰੀ ਅਕਾਲ ਸਰਬ ਜੀ ਪ੍ਰਤਪਾਲ। ਇਹ ਲਫ਼ਜ਼ ਨੇ ਜੀ ਤਕਰੀਬਨ ਬਾਂਗ ਦੇ ਨਾਲ ਮਿਲਦੇ ਜੁਲਦੇ ਜੋ ਭਾਈ ਮਨੀ ਸਿੰਘ ਨੇ ਲਿਖੇ। ਦਿੱਤੀ ਬਾਂਗ ਨਿਵਾਜ ਕਰ, ਸੁਨ ਸਮਾਨ ਹੋਵਾ ਜਹਾਨਾ। ਸਾਖੀਕਾਰਾਂ ਨੇ ਲਿਖਿਆ ਵੀ ਬਾਂਗ ਦਿੱਤੀ, ਲੋਕ ਸੁੰਨ ਹੋ ਗਏ, ਪੱਥਰ ਹੋ ਗਏ। ਪਿਆਰਿਓ, ਜਦੋਂ ਰੂਹਾਨੀਅਤ ਵਿੱਚ ਸੁੰਨ ਦੇਖੀਏ ਨਾ, ਸੁੰਨ ਦਾ ਅਰਥ ਸਰੀਰਕ ਤੌਰ 'ਤੇ ਜੰਮਣਾ ਨਹੀਂ,
पत्थर बनना नहीं। अंदर सुन्न अंतर सुनंग बाहर सुनंग तरभावन सुन मसुनंग चौथा सुन जो नर जानै ताको पाप ना पुनंग। उत्थे जिहड़ी सुन अवस्था वापरी है, शरीरक तौर ते लोग केवल पत्थर नहीं होए उत्थे। उत्थे सच एवे जदों गुरुदेव ने परमात्मा दे नाम दी उच्ची सारी बांग दिती, आवाज़ दिती, ते गुरु नानक साहब दे पवित्र शरीर दा औरा इन्ना जबरदस्त सी कि पूरे दा पूरा बगदाद जिहड़ा वो सुन हो गया, अफुर हो गया। दिती बांग निवाज कर सुन समान होवा जहाना, सुन मुन नगरी पई। सारा नगर अफुर कर दिता उस वक्त बाबा जी ने। देख पीर पया खैराना, पीर ने देखा, पर इत्थे भाई साहब जी ने कहा देख। ਇਹਦਾ मतलब वो शरीरक तौर पर दूरी ते वे कोल नहीं आया, क्योंकि जे इस पौड़ी की एक एक तुक पढ़ांगे तो ये अर्थ बाद विच कोल आउंदा, पास आउंदा, करीब आउंदा, पहला नहीं। पहला है सुन मुन नगरी पई देख पीर पया खैराना। तो औखे अगे भाई साहब कहते ने वेखा ध्यान लगाए कर। हुण भी उन्हें ध्यान विच देखिया। एक फकीर वड्डा मस्ताना पुछया फिर कै दस्तगीर कौन फकीर किसका करहाना। पुछया फिर कै दर ते कोल आके पास आके। पहला नहीं आया, पहला बंदा सुरत वाला सी। उन्होंने इन्नी समझ पै गई भी जिहड़ी आवाज़ ये मेरे कन्नां च पई है, लोकां दे कन्नां च पई है, इस आवाज़ विच रूहानीयत दा भंडारा है। ये अज बदल गज्जिया रूहानीयत दा, जिवें काली घटा चढ़ के गज्जे ते पूरे शहर नूं वो जल दे नाल बरसात दे नाल भरपूर कर दिंदी है। ਉਹਦੇ अंदर ने कहा अज बड़ी वड्डी कोई हस्ती ने जबान तो बोल के। उत्थे भाई जी कहते ने पुछया फिर कै दस्तगीर कौन फकीर किसका करहाना। ये किहड़े सिलसिले दा किहड़े घराने विचों है, ਇਹਦਾ पिछोकड़ के संस्था नाल है। अगे भाई साहब मरदाना जी कहते हैं नानक कल विच आया रब फकीर इको पहचाना। मैं सिर्फ ये बेनती बड़ी संखेप की। ये पौड़ी असल च गुरु नानक साहब दे उस अमृत बचनां दी सत्या ते उन्हां दे शरीर विचों रूहानीयत दियां निकलदियां होईयां तरंगां दी व्याख्या कर रही है कि सुन मुन नगरी पई। मैं अज जिहड़ी बेनती कर लगा प्यारिओ, जिथे गुरु बह जाए वो थां सुहावना हो जाता है। वो एक तां बाहर मुखी थां सुहावना सी। आप सब नूं पता है सतगुरु तकरीबन संघने रुखां विच बैठा। पिछले दिन एक मेरी गल चली गुरमुखा नाल कि महाराज जी ने आरामसर पंचवटी किया। महाराज जी ने सतगुरु अपने हत्थी लवाने रुख। हुण तां सब कुछ हो गया। आप जी श्री हरमंदर साहिब दीयां प्रकरमां दीयां पुरातन तस्वीरां देखो, कई आप जी नूं वीडियोज़ क्लिप मिलणगे, ਉਹਦੇ ਵਿੱਚ ਸਾਨੂੰ ਪ੍ਰਕਰਮਾਂ ਵਿੱਚ ਕਿੰਨੇ ਰੁੱਖ ਦਿਸਦੇ ਪਏ ਆ। ਹਾਲਾਂਕਿ ਅੱਜ ਦੀ ਤਰ੍ਹਾਂ ਜਿਹੜੀ ਸਾਇੰਸ ਹੈ ਸਫਾਈ ਸਫੂਈ ਦਾ ਇੰਨਾ ਪ੍ਰਬੰਧ ਸਿਰਫ ਹੱਥਾਂ ਨਾਲ ਹੀ ਝਾੜੂ ਲਾਉਂਦੇ ਹੋਣਗੇ ਨਾ, ਪਰ ਪਿਆਰਿਓ ਨਹੀਂ, ਉਹਨਾਂ ਰੁੱਖਾਂ ਨੂੰ ਆਪਾਂ ਵੱਢ ਦਿੱਤਾ, ਕੱਟ ਦਿੱਤਾ, ਬਖਸ਼ ਦਿਆ ਜੇ ਮੈਨੂੰ। ਐਸਾ ਨਹੀਂ ਚਾਹੀਦਾ। ਉਹਨਾਂ ਦੇ ਪੱਤੇ, ਉਹਨਾਂ ਦੇ ਫੁੱਲ, ਉਹਨਾਂ ਦੇ ਫਲ, ਉਹ ਵੀ ਰੂਹਾਨੀਅਤ ਨੂੰ ਆਪਣੇ ਵਿੱਚ ਧਾਰਨ ਕਰਦੇ ਆ, ਕਿਉਂਕਿ ਰੁੱਖ ਇੱਕ ਜੂਨ ਹੈ। महाराज जी ने कहा कई जन्म साख कर उपाया, पर खैर मैं अज दे बचन वाला वां, जिथे जाए बह मेरा सतगुरु, जिथे मेरा सतगुरु जाके बैठ जाए, सो थान सुहावा राम राजे। वो थां सुहावना हो जाता है, वो चंगा हो जाता है। किवें जी? महाराज का एक बचन है, सा धरती भई हरियावली। गुरु रामदास दी है जी। ये भी वो जमीन, वो धरती हरियावली होगी जिथे मेरा सतगुरु बैठा आए। जिथे मेरा सतगुरु आके बैठ गया वो थां भागां वाली होगी। वो सच्ची मुच्ची शब्द नाल निवाजेगी। वो थां सा धरती पई हरियावली जिथे मेरा सतगुरु बैठा आए, से जंत भए हरियावले। वो जंत, वो जीव, वो भी भागां वाले हो गए जिन्नी मेरा सतगुरु देखा जाए। उत्थे फिर अगे सतगुरु की उपमा की, धन धन पिता, धन धन कुल, धन धन सो जननी जिन गुरु जनिया माए। प्यारिओ वो धरती, वो जीव, वो परिवार धनता जोग हो गया जिथे सतगुरु जी जाके बैठ गए। इस तरह महाराज जी दे जदों असीं
ਬਾਹਰਮੁਖੀ ਥਾਵਾਂ ਦੀ ਗੱਲ ਵੀ ਕਰਨੇ ਆ ਨਾ ਜੀ। ਸਾਡੇ ਆਪੋ ਆਪਣੇ ਤਰੀਕੇ ਨੇ ਸੋਚਣ ਦੇ ਨਾ। ਗੁਰੂ ਗ੍ਰੰਥ ਸਾਹਿਬ ਵਿੱਚ ਕੁਝ ਉਹਨਾਂ ਥਾਵਾਂ ਦਾ ਜ਼ਿਕਰ ਕੀਤਾ ਹੈ ਜੀ, ਸ਼ਹਿਰਾਂ ਦਾ ਵੀ। ਜਿਵੇਂ ਖਡੂਰ, ਤਾਂ ਜੇ ਹਿਸਟਰੀ ਇਤਿਹਾਸ ਨੂੰ ਪੜ੍ਹੀਏ ਤਾਂ ਗੁਰੂ ਅੰਗਦ ਦੇਵ ਜੀ, ਬਾਬਾ ਲਹਿਣਾ ਸਾਹਿਬ ਜੀ ਦੇ ਪਰਿਵਾਰ ਦੇ ਆਉਣ ਤੋਂ ਪਹਿਲਾਂ ਵੀ ਖਡੂਰ ਦੀ ਹੋਂਦ ਹੈ। ਖਡੂਰ ਸਾਹਿਬ ਜੀ ਅਸੀਂ ਅੱਜ ਕਹਿੰਦੇ ਹੋਂਦ ਹੈ। ਪਰ ਜਦੋਂ ਕਰਤਾਰਪੁਰ ਤੋਂ ਲਹਿਣੇ ਤੋਂ ਗੁਰੂ ਨਾਨਕ ਸਾਹਿਬ ਜੀ ਨੇ ਅੰਗਦ ਬਣਾ ਦਿੱਤਾ, ਗੁਰੂ ਅੰਗਦ ਸਾਹਿਬ ਸੱਚਾ ਪਾਤਸ਼ਾਹ ਗੁਰੂ ਅੰਗਦ ਦੇ ਬਣੇ, ਤੇ ਗੁਰਬਾਣੀ ਕਹਿੰਦੀ ਹੈ ਖਡੂਰ ਵਸ ਗਿਆ। ਇਹ ਰਾਮਕਲੀ ਕੀ ਵਾਰ ਦੇ ਬਚਨ ਨੇ। ਤੇ ਕੀ ਉਦੋਂ ਪਹਿਲਾਂ ਖਡੂਰ ਨਹੀਂ ਸੀ? ਖਡੂਰ ਸੀ ਪਹਿਲਾਂ, ਲੋਕ ਵਸਦੇ ਸਨ, ਮਾਲ ਡੰਗਰ ਸੀ, ਘਰ ਸਨ। ਪਰ ਜਿਹੜੀ ਦਾਤ ਗੁਰੂ ਅੰਗਦ ਦੇਵ ਲੈ ਕੇ ਆਏ ਉਹ ਪਹਿਲਾਂ ਖਡੂਰ 'ਚ ਨਹੀਂ ਸੀ। ਇਸੇ ਕਰਕੇ ਗੁਰਬਾਣੀ ਨੇ ਉਸ ਸ਼ਹਿਰ ਦਾ ਜ਼ਿਕਰ ਕਰਦਿਆਂ ਕਿਹਾ, ਫੇਰ ਵਸਾਇਆ ਫੇਰੂਆਨ ਸਤਿਗੁਰ ਖਡੂਰ। ਵਸਾਇਆ ਕਿਹਾ, ਪਰ ਵਸੋਂ ਦੇ ਤੌਰ 'ਤੇ, ਮਨੁੱਖੀ ਵਸੋਂ ਦੇ ਤੌਰ 'ਤੇ ਪਹਿਲਾਂ ਵੀ ਵਸਦਾ। ਪਰ ਜਿਹੜਾ ਫਿਰ ਵਸਾਇਆ ਫੇਰੂਆਨ, ਫਿਰ ਆ ਕੇ ਕਰਤਾਰਪੁਰ ਤੋਂ ਆ ਕੇ ਗੁਰੂ ਨਾਨਕ ਸਾਹਿਬ ਦੀ ਜੋਤ ਨੇ ਖਡੂਰ ਵਸਾਇਆ। ਉਹ ਜਿਹੜਾ ਵਸਾਇਆ ਹੈ ਨਾ, ਉੱਥੇ ਇਹ ਨਹੀਂ ਕਿ ਇੱਟਾਂ ਲੈ ਕੇ ਆਏ, ਚੂਨੇ ਦੇ ਲੈ ਕੇ ਆਏ, ਲੱਕੜ ਲੈ ਕੇ ਆਏ ਤਾਂ ਵਸਾਇਆ। ਉੱਥੇ ਰਬਾਬੀ ਕਹਿੰਦੇ ਆ ਗੁਰੂ ਕੇ ਉਹ ਸਿੱਖੋ, ਉਹ ਰੂਹਾਨੀਅਤ ਦੇ ਤੌਰ 'ਤੇ ਵਸਾਇਆ। ਵਸੋਂ ਦੇ ਤੌਰ 'ਤੇ ਪਹਿਲਾਂ ਵੀ ਸੀ। ਪਰ ਗੁਰੂ ਅੰਗਦ ਦੇਵ ਕੀ ਲੈ ਕੇ ਆਏ? ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਪਿਆਰਿਓ, ਇਸ ਤਰ੍ਹਾਂ ਵਸਾਇਆ। ਉੱਥੇ ਜਪ ਆਇਆ, ਉੱਥੇ ਤਪ ਆਇਆ, ਉੱਥੇ ਇਬਾਦਤ ਆਈ, ਉੱਥੇ ਇੰਦਰੀਆਂ 'ਤੇ ਕਾਬੂ ਪਾਉਣ ਵਾਲੇ ਨਾਮ ਦੀ ਬਖਸ਼ਿਸ਼ ਹੋਈ। ਇਹਦਾ ਮਤਲਬ ਵਸੋਂ ਦੇ ਤੌਰ 'ਤੇ ਸੀ ਪਹਿਲਾਂ, ਪਰ ਰੂਹਾਨੀਅਤ ਦੇ ਤੌਰ 'ਤੇ ਗੁਰੂ ਅੰਗਦ ਸਾਹਿਬ ਨੇ ਵਸਾਇਆ। ਫਿਰ ਵਸਾਇਆ ਫੇਰੂਆਨ ਸਤਿਗੁਰੂ ਖਡੂਰ। ਜਪ ਤਪ ਸੰਯਮ ਨਾਲ ਤੁਧ ਫੇਰੂਆਨ ਪਾਠ ਕਰਨਾ। ਫੇਰ ਆਨ ਨਹੀਂ, ਰਾਰੇ ਥੱਲੇ ਔਂਕੜ ਹੈ। ਫੇਰੂਆਨ ਬਾਬੇ ਫੇਰੂ ਦੇ ਪੁੱਤਰ ਨੇ। ਇਹਦੇ ਅਰਥ ਫੇਰ ਆਨ ਨਹੀਂ, ਦੁਬਾਰਾ ਆ ਕੇ ਨਹੀਂ। ਫਿਰ ਵਸਾਇਆ ਫੇਰੂਆਨ ਸਤਿਗੁਰੂ ਖਡੂਰ। ਜਪ ਤਪ ਸੰਯਮ ਨਾਲ ਤੁਧ ਹੋਰ ਮੁੱਚ ਗਰੂਰ। ਉੱਥੇ ਜਪ ਤਪ ਸੰਯਮ ਲੈ ਕੇ ਆਏ। ਫਿਰ ਗੋਇੰਦਵਾਲ ਸਾਹਿਬ ਦਾ ਜ਼ਿਕਰ ਹੈ। ਮੈਂ ਤਾਂ ਬੇਨਤੀ ਕੀਤੀ, ਕੁਝ ਥਾਵਾਂ ਦੇ ਨਾਮਾਂ ਦਾ ਜ਼ਿਕਰ ਹੈ ਗੁਰੂ ਗ੍ਰੰਥ ਸਾਹਿਬ ਵਿੱਚ। ਮਹਾਰਾਜ ਜੀ ਦਾ ਜਿਵੇਂ ਅਸੀਂ ਬਚਨ ਪੜ੍ਹਦੇ ਹਾਂ, ਗੁਰੂ ਮੁਖ ਦੇਖ ਭੱਟ ਸਾਹਿਬਾਨ, ਗੁਰੂ ਮੁਖ ਦੇਖ ਗਰੂ ਸੁਖ ਪਾਇਓ। ਗੁਰੂ ਅਮਰਦਾਸ ਦੇ ਪਵਿੱਤਰ ਮੁਖ ਨੂੰ ਦੇਖ ਕੇ ਗੁਰੂ ਰਾਮਦਾਸ ਨੇ ਪਰਮ ਸੁਖ ਪਾਇਆ। ਗੁਰੂ ਮੁਖ ਦੇਖ ਗਰੂ ਸੁਖ ਪਾਇਓ, ਖੁਤੀ ਜੋ ਪਿਆਸ ਪਿਊਸ ਪਿਵਨ ਕੀ ਬਾਂਸ ਸਿੱਧ ਕੋ ਬਿੱਦ ਮਿਲਾਇਓ। ਪੂਰਨ ਭਉ ਮਨ ਠੌਰ ਬਸੋ ਰਸ ਬਾਸਨ ਸੋ ਜੋ ਦੰਗ ਦਿਸਤਾਇਓ। ਗੋਬਿੰਦਵਾਲ, ਉੱਥੇ ਸ਼ਬਦ ਗੋਬਿੰਦਵਾਲ ਹੈ। ਗੋਇੰਦਵਾਲ ਭਾਈ ਸਾਹਿਬ ਗੁਰਦਾਸ ਨੇ ਗੋਇੰਦਵਾਲ ਵਰਤੇ। ਅਸੀਂ ਜਦੋਂ ਨਾ ਪਾਠ ਪੜ੍ਹਦੇ ਹਾਂ, ਲੈਣੇ ਪਾਈ ਨਾਨਕੋ ਦੇਣੀ ਅਮਰਦਾਸ ਕਰ ਆਈ। ਗੁਰ ਬੈਠਾ ਅਮਰ ਸਰੂਪ ਹੋਏ ਗੁਰਮੁਖ ਬਾਈ ਪਾਈ ਦਾਦ ਇਲਾਈ। ਫੇਰ ਵਸਾਇਆ ਗੋਇੰਦਵਾਲ। ਭਾਈ ਸਾਹਿਬ ਨੇ ਗੋਇੰਦਵਾਲ ਕਿਹਾ, ਪਰ ਗੁਰੂ ਗ੍ਰੰਥ ਸਾਹਿਬ 'ਚ ਭੱਟਾਂ ਨੇ ਕਿਹਾ ਗੋਬਿੰਦਵਾਲ ਗੋਬਿੰਦਪੁਰੀ ਸਮ। ਗੋਬਿੰਦਪੁਰੀ ਸਮ ਕਿਉਂ? ਜਿੱਥੇ ਜਾਏ ਬਹਿ ਮੇਰਾ ਸਤਿਗੁਰੂ ਸੋ ਥਾਨ ਸੁਹਾਵਾ ਰਾਮ ਰਾਜੇ। ਗੋਬਿੰਦਵਾਲ ਗੋਬਿੰਦਪੁਰੀ ਸਮ ਜਲਨ ਤੀਰ ਵਿਭਾਸ ਬਣਾਇਓ। ਲਾਹੌਰ ਪਹਿਲਾਂ ਸ਼ਹਿਰ ਹੈ, ਪਰ ਅੰਮ੍ਰਿਤਸਰ ਬਣਾਤਾ ਗੁਰੂ ਜੀ ਨੇ। ਇਹ ਬੇਨਤੀ ਸੁਣੋ, ਗੁਰੂ ਨਾਨਕ ਸਾਹਿਬ ਦਾ ਸ਼ਲੋਕ ਹੈ ਨਾ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਲਾਹੌਰ ਸ਼ਹਿਰ ਜਿਹੜਾ ਹੈ, ਇੱਥੇ ਸਵਾ ਪੈਰ ਰਾਤ ਰਹਿੰਦਿਆਂ ਜ਼ਹਿਰ ਵਰਦਾ, ਜੀਵਾਂ ਦੇ ਘਾਤ ਕੀਤੇ ਜਾਂਦੇ ਨੇ। ਜੀਵ ਦੇ ਚਸਕੇ ਲਈ ਮਾਸ ਵੱਢਿਆ ਜਾਂਦਾ, ਜੀਵ ਵੱਢੇ ਜਾਂਦੇ ਆ। ਕੁਝ ਕੁ ਨੇ ਦੇ ਅਰਥ ਕੀਤੇ ਆ ਬਾਬਰ ਦੇ ਖਮਰੇ ਨਾਲ ਸੰਬੰਧਿਤ, ਪਰ ਇੱਕ ਅਰਥ ਸਾਰਿਆਂ ਨੇ ਸਾਂਝੇ ਕੀਤੇ। ਦੇਖੋ ਅਰਥ, ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਅੱਗੇ ਕਹੇ ਗੁਰੂ ਅਮਰਦਾਸ ਮਹੱਲਾ ਤੀਜਾ, ਲਾਹੌਰ ਸ਼ਹਿਰ, ਜਿਹੜਾ ਸ਼ਹਿਰ ਲਾਹੌਰ ਸੀ, ਜਿੱਥੇ ਜ਼ਹਿਰ ਸੀ ਕਹਿਰ ਸੀ, ਉਹ ਹੁਣ ਸ਼ਹਿਰ ਨਹੀਂ ਕੇਵਲ ਰਿਹਾ, ਉੱਥੇ ਧੰਨ ਗੁਰੂ ਨਾਨਕ ਸਾਹਿਬ ਦੇ ਚਰਨ ਵੀ ਪੈ ਗਏ। ਤੇ ਪਿਆਰਿਓ, ਉੱਥੇ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਗਮਨ ਹੋਇਆ। ਪਿਆਰਿਓ, ਉੱਥੇ ਸਤਸੰਗ ਹੋ ਗਿਆ। ਹੁਣ ਉਹ ਕੇਵਲ ਸ਼ਹਿਰ ਨਹੀਂ ਰਿਹਾ, ਉਹ ਰੱਬ ਦੀ ਸਿਫਤੀ ਵਾਲਾ ਅੰਮ੍ਰਿਤਸਰ ਬਣ ਗਿਆ ਹੈ। ਲਾਹੌਰ ਸ਼ਹਿਰ ਜ਼ਹਿਰ ਕਹਿਰ ਸਵਾ ਪੈਰ। ਪਰ ਗੁਰੂ ਜੀ ਕਹਿੰਦੇ ਜਿੱਥੇ ਗੁਰੂ ਦਾ ਅਵਤਰਨ ਹੋ ਜਾਏ, ਜਿੱਥੇ ਗੁਰੂ ਦੇ ਚਰਨ ਪੈ ਜਾਣ, ਹੁਣ ਲਾਹੌਰ ਸ਼ਹਿਰ ਅੰਮ੍ਰਿਤਸਰ ਸਿਫਤੀ ਦਾ ਘਰ। ਮੈਂ ਅਰਜ਼ ਕਰਾਂ, ਇਹ ਕੁਝ ਥਾਵਾਂ ਦਾ ਜ਼ਿਕਰ ਮਹਾਰਾਜ ਜੀ ਨੇ ਕੀਤਾ ਹੈ। ਉਹ ਇਸ ਕਰਕੇ ਵੀ ਜਿੱਥੇ ਸਤਿਗੁਰੂ ਬਹਿ ਜਾਏਗਾ ਨਾ,
ਉਜਾੜ ਵਿੱਚ ਬਹਿ ਜਾਏਗਾ, ਉੱਥੇ ਵੀ ਮੰਗਲ ਲੱਗ ਜਾਣੇ। ਕਿੰਨੀਆਂ ਥਾਵਾਂ ਐਸੀਆਂ ਨੇ। ਆ ਦੀਪਾਲਪੁਰ ਸੀ। ਮੈਂ ਇਸ ਕਰਕੇ ਆਪ ਨੂੰ ਬੇਨਤੀ ਕਰ ਰਿਹਾ ਕਿ ਗੁਰੂ ਧਾਮਾਂ ਦੇ ਪ੍ਰਤੀ ਅਸ਼ਰਧਾ ਮਤ ਪੈਦਾ ਕਰੀਏ। ਰੋਜ਼ ਅਸੀਂ ਅਰਦਾਸ 'ਚ ਕਹਿੰਦੇ ਹਾਂ, ਪੰਜਾਂ ਤਖਤਾਂ ਸਰਬੱਤ ਗੁਰੂਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਪਰ ਕਦੀ ਕਿਸੇ ਸਿੱਖ ਨੇ ਕਿਹਾ ਵੀ ਪਾਰਲੀਮੈਂਟ ਦਾ ਧਿਆਨ ਧਰੋ, ਕਦੀ ਕਿਸੇ ਨੇ ਕਿਹਾ ਵੀ ਫਲਾਣੇ ਕਿਲੇ ਦਾ ਧਿਆਨ ਧਰੋ। ਉਹ ਨਹੀਂ ਪਿਆਰਿਓ, ਪੰਜਾਂ ਤਖਤਾਂ ਸਰਬੱਤ ਗੁਰੂਦੁਆਰਿਆਂ ਦਾ ਤਾਂ ਧਿਆਨ ਧਰਿਆ ਜਾਂਦਾ ਹੈ ਕਿਉਂਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ, ਸੋ ਥਾਨ ਸੁਹਾਵਾ ਰਾਮ ਰਾਜੇ। ਮਹਾਰਾਜ ਸੱਚੇ ਪਾਤਸ਼ਾਹ ਉਹ ਕਹਿ ਰਹੇ ਆ ਉਸ ਥਾਂ ਦੀ। ਇਹ ਆਪੋ ਆਪਣੀ ਬਿਰਤੀ। ਹੁਣ ਦਰਬਾਰ ਸਾਹਿਬ ਜਾਂਦੇ ਆ, ਪਹਿਲੀ ਗੱਲ ਅਸੀਂ ਫੁਰਨੇ ਕਿਹੜੇ ਬਣਾ ਕੇ ਲੈ ਜਾਂਦੇ ਆ, ਕਿਹੜੇ ਖਿਆਲ ਲੈ ਕੇ ਜਾਂਦੇ ਆ। ਜੇ ਤਾਂ ਇਹ ਖਿਆਲ ਲੈ ਕੇ ਜਾਣਾ ਵੀ ਉੱਥੇ ਆ ਵੀ ਨੁਕਸ, ਆ ਵੀ ਨੁਕਸ, ਆ ਵੀ ਨੁਕਸ, ਫਿਰ ਚੇਤੇ ਰੱਖਿਓ ਕਲਪ ਕੇ ਵਾਪਸ ਆਵਾਂਗੇ। ਤੇ ਜੇ ਇਹ ਬਿਰਤੀ, ਇਹ ਵੀ ਨੁਕਸ ਦਾ ਅਰਥ ਦਰਬਾਰ 'ਚ ਨਹੀਂ ਮੈਂ ਕਹਿ ਰਿਹਾ, ਸਿਸਟਮ 'ਚ। ਦਰਬਾਰ ਸਾਹਿਬ ਦਾ ਤੇ ਕੋਈ ਤੋਲੀ ਨਹੀਂ ਜੀ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ। ਇਹ ਵੀ ਥਾਂ ਤਾਂ ਹੈ ਕਿ ਜਿੱਥੇ ਜਾਏ ਬਹੇ ਮੇਰਾ ਸਤਿਗੁਰੂ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤਾ ਹੈ। ਤੈਨੂੰ ਵਿਧਾਤੇ ਪੁਰਖ ਪਰਮਾਤਮਾ ਨੇ ਬੰਨਿਆ ਹੈ। ਇਸ ਕਰਕੇ ਥਾਂ ਭਾਗਾਂ ਵਾਲੀ। ਮੈਨੂੰ ਇਹ ਵੀ ਪਤਾ ਹੈ ਕਿ ਜਦੋਂ ਰਾਮਦਾਸਪੁਰ ਆਉਣਾ, ਕਿਹਾ ਜਾਣਾ ਵੀ ਇਹ ਬਹੁਵਚਨ ਹੈ, ਰਾਮ ਦੇ ਦਾਸਾਂ ਦਾ ਪੁਰ। ਤੇ ਚੇਤੇ ਰੱਖੋ, ਜੇ ਇਸ ਤਰ੍ਹਾਂ ਵੀ ਅਰਥ ਕਰ ਲਓ ਤੇ ਫਿਰ ਵੀ ਦਰਬਾਰ ਸਾਹਿਬ ਵਰਗੀ ਹੋਰ ਕੋਈ ਥਾਂ ਹੈ ਹੀ ਨਹੀਂ। ਮਹਾਰਾਜ ਕਹਿੰਦੇ ਨੇ ਤੇਰੇ ਵਰਗਾ ਕੋਈ ਥਾਂ ਨਹੀਂ। ਡਿੱਠੇ ਸਭੇ ਥਾਮ ਨਹੀਂ ਤੁਧ ਜਿਹਾ, ਬੱਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ ਵਸਦੀ ਸਗਨ ਅਪਾਰ। ਅਨੂਪ ਰਾਮਦਾਸਪੁਰ ਹਰ ਹਾਂ ਨਾਨਕ ਕਸਮਲ ਜਾਏ ਨਾਏ ਰਾਮਦਾਸ ਸਰ। ਇਹ ਥਾਂ ਅਸੀਂ ਜੇ ਆਪਣੀ ਬਿਰਤੀ ਬਣਾ ਕੇ ਜਾਈਏ ਕਿ ਮੈਂ ਸੁਰਤ ਨਾਲ ਇੱਕ ਵਾਰੀ ਸਰੀਰਕ ਤੌਰ 'ਤੇ ਜਾਓ। ਗੁਰਮੁਖੋ ਘਰ ਬੈਠੇ ਭਾਵੇਂ ਰੋਜ਼ ਸੁਰਤ ਨਾਲ ਉਡਾਰੀ ਮਾਰੋ, ਰੋਜ਼ ਮਾਰੋ। ਮੈਂ ਆਪ ਨੂੰ ਫਿਰ ਇਹ ਬੇਨਤੀ ਰਿਪੀਟ ਕਰਨ ਲੱਗਾ, ਇੱਕ ਵਾਰੀ ਫਿਜ਼ੀਕਲ ਤੌਰ 'ਤੇ ਉਂਝ ਤਾਂ ਵੈਸੇ ਸੁਰਤ ਨਾਲ ਵੀ ਅਸੀਂ ਉਹਨਾਂ ਮੰਡਲਾਂ 'ਚ ਬੰਦਾ ਸੁਰਤ ਨਾਲ ਜਿਹੜੇ ਅਭਿਆਸੀ ਨੇ, ਮੇਰਾ ਕੋਈ ਜੀਵਨ ਨਹੀਂ, ਪਰ ਮੈਂ ਜੀਵਨ ਵਾਲਿਆਂ ਦਾ ਅਦਬ ਜ਼ਰੂਰ ਕਰਨਾ, ਯਤਨ ਕਰਨਾ ਕਿ ਉਹਨਾਂ ਦਾ ਸਤਿਕਾਰ ਕਰਾਂ ਦਿਲੋਂ, ਜੀਵਨ ਵਾਲਿਆਂ ਦਾ। ਪਿਆਰਿਓ, ਇਹ ਸੁਰਤ ਤਾਂ ਉਹਨਾਂ ਰੂਹਾਨੀ ਮੰਡਲਾਂ ਵਿੱਚੋਂ ਪਹੁੰਚ ਜਾਂਦੀ ਏ ਜਿੱਥੇ ਫਿਜ਼ੀਕਲ ਤੌਰ 'ਤੇ ਅੱਜ ਤੱਕ ਬੰਦਾ ਪਹੁੰਚੀ ਕੋਈ ਨਹੀਂ। ਜਿਵੇਂ ਕੱਲ੍ਹ ਵੀ ਮੈਂ ਖੰਡਾਂ ਦਾ ਜ਼ਿਕਰ ਕੀਤਾ। ਆਹ ਬਚਨ ਸਤਿਗੁਰੂ ਦਾ ਕਿ ਤਿੱਥੈ ਭਗਤ ਵਸੈ ਕਿ ਲੋਕ ਕਰੈ ਆਨੰਦ, ਸੱਚਾ ਮਨ ਸੋਏ ਸੱਚ ਖੰਡ ਬਸੈ ਨਿਰੰਕਾਰ, ਕਰ ਕਰ ਵੇਖੈ ਨਦਰ ਨਿਖਾਲ। ਤਿੱਥੈ ਖੰਡ ਮੰਡਲ ਵਰ ਭੰਡ, ਜੇ ਕੋ ਕਥੈ ਤਾ ਅੰਤ ਨਾ ਅੰਤ। ਤਿੱਥੈ ਲੋ ਲੋ ਆਕਾਰ, ਜਿਵ ਜਿਵ ਹੁਕਮ ਤਿਵੈ ਤਿਵਕਾਰ। ਵੇਖੈ ਵਿਗਸੈ ਕਰ ਵਿਚਾਰ। ਹੁਣ ਉਹ ਸੁਰਤ ਦੀ ਸਾਰੀ ਗੇਮ, ਇਹ ਸਾਰੀ ਖੇਡ ਤਾਂ ਸੁਰਤ ਦੀ ਹੈ ਨਾ। ਸਰੀਰ ਤਾਂ ਬੈਠਾ ਇਸ ਧਰਤੀ 'ਤੇ, ਇਹੀ ਤਾਂ ਰੱਬ ਦੀ ਇੱਕ ਕਿਰਪਾ। ਸਿੱਖੋ, ਤੁਸੀਂ ਧਰਤੀ ਦੇ ਕਿਸੇ ਖਿੱਤੇ ਵਿੱਚ ਵੀ ਬੈਠੇ ਹੋ, ਸੁਰਤ ਨਾਲ ਰੋਜ਼ ਗੁਰੂ ਰਾਮਦਾਸ ਦੇ ਚਰਨਾਂ 'ਚ ਮੱਥਾ ਟੇਕੋ। ਰੋਜ਼ ਨਨਕਾਣਾ ਸਾਹਿਬ, ਗੁਰੂ ਨਾਨਕ ਸਾਹਿਬ ਦੇ ਸਾਰੀਆਂ ਜਦੋਂ 5 ਤਖਤ ਕਹਿੰਦੇ ਆ ਨਾ ਜੀ, ਮੈਨੂੰ ਤਾਂ ਉਸ ਵਕਤ ਆਉਂਦਾ ਹੈ ਭਿੱਜ ਕੇ ਜਦੋਂ ਕਹਿੰਦੇ ਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਇੱਕੋ ਦਮ ਸੁਰਤ ਇੰਨੀ ਤੇਜ਼ੀ ਨਾਲ ਉੱਡਦੀ ਹੈ, ਇੱਕ ਖਿਣ ਦੇ ਵਿੱਚ ਸਾਰੀਆਂ ਥਾਵਾਂ 'ਤੇ ਝਾਤੀ ਮਾਰ ਕੇ ਆ ਜਾਂਦੀ ਹੈ। ਮੈਂ ਇਹ ਬੇਨਤੀ ਕਰ ਰਿਹਾ ਕਿ ਜਿੱਥੇ ਸਤਿਗੁਰੂ ਬਹਿ ਜਾਏ ਉਹ ਥਾਂ ਧੰਤਾ ਯੋਗ ਹੈ, ਉਹ ਸੁਹਾਵਾ ਹੈ ਥਾਂ। ਇਹ ਗੱਲ ਹੋਰ, ਉਹ ਥਾਂ ਮੈਂ ਫਿਰ ਅਰਜ਼ ਕੀਤੀ ਸੁਰਤ ਨਾਲ ਰੋਜ਼ ਜੇ ਜਾਈਏ। ਕਿ ਹੁਣ ਕਈ ਬੰਦੇ ਕਹਿੰਦੇ ਆ ਜੀ ਸਿਮਰਨ 'ਚ ਬੈਠੇ ਹੁੰਦੇ ਆ ਅਤੇ ਕਰੀਏ ਕਿ ਸਾਡੇ ਨਾਲ ਹੀ ਵਾਪਰਦਾ ਜੀ। ਸਿਮਰਨ ਤੇ ਖਰ ਨਹੀਂ ਕਰਦੇ, ਵੀ ਸੁਰਤ ਦੀ ਖੰਡਾ ਦਾ ਤਾਂ ਪਤਾ ਹੀ ਹੈ ਨਾ, ਵੀ ਬੈਠੇ ਹੁੰਦੇ ਆ। ਇਹ ਸੁਰਤ ਕਦੀ ਬਾਜ਼ਾਰ ਚਲੀ ਜਾਂਦੀ ਏ, ਕਦੀ ਬੱਚਿਆਂ ਵੱਲ ਚਲੀ ਜਾਂਦੀ ਏ। ਉਂਝ ਮੈਂ ਅਰਜ਼ ਕੀਤੀ ਸੀ ਇਹ 2 ਥਾਵਾਂ 'ਤੇ ਜਾਂਦੀ ਏ, ਇੱਕ ਭਵਿੱਖ ਵਿੱਚ ਅਤੇ ਇੱਕ ਪਾਸਟ ਵਿੱਚ, ਬੀਤੇ 'ਤੇ। ਜਾਂ ਬੀਤੀਆਂ ਗੱਲਾਂ ਚੇਤੇ ਕਰਦੀ ਜਾਂ ਆਉਣ ਵਾਲੀਆਂ। ਪਰ ਜੇ ਬਾਜ਼ਾਰ 'ਚ ਹੱਟੀ 'ਤੇ ਬੈਠੀ ਏ ਤੇ ਇਸ ਸੁਰਤ ਨੂੰ ਚੁੱਕ ਕੇ ਦਰਬਾਰ ਸਾਹਿਬ ਦੇ ਵਿੱਚ ਕਿਉਂ ਨਾ ਫਿੱਟ ਕਰ ਦਈਏ। ਸਰੀਰਕ ਤੌਰ 'ਤੇ ਜਿੱਥੇ ਰੋਜ਼ ਬੈਠਦੇ ਹੋ ਉੱਥੇ ਸਾਡੀ ਬਾਡੀ ਦਾ ਔਰਾ ਟਿਕੇਗਾ। ਜਿੰਨਾ ਮਨ ਨਿਰਮਲ ਹੋਵੇਗਾ ਉੱਥੇ ਪਤਾ ਨਹੀਂ ਕਿੰਨੀਆਂ ਕੁ ਰੂਹਾਂ ਦਾ ਔਰਾ ਪਿਆ ਹੋਇਆ, ਕਿੰਨੀਆਂ ਕੁ ਤਰੰਗਾਂ ਨੇ। ਅਤੇ ਜਦੋਂ ਆਪ ਜੀ ਘਰ ਆ ਜਾਓਗੇ, ਸੁਰਤ ਨਾਲ ਉਸ ਥਾਂ ਨੂੰ ਚੇਤੇ ਕਰਾਂਗੇ, ਉੱਥੇ ਪਿਆ ਹੋਇਆ ਸਾਡੀ
निर्मलताई का अंश साडे घर बैठिਆਂ भी असर करेगा। गुरु साहब ने ये शब्द जिहड़ा वरतिया नहीं थां दा, ये बहुत भागां वाला। एक थां है बाहर मिट्टी दे रुखां दे ये थावां, इस तो अगे एक होर थां है। मैं अर्ज की बाहर मिट्टी ते चरण पै जाए वो थां सुहावा। गुरमुखो ये शरीर भी थां है, जदों गुरु दे चरण शरीर घिरदे थां च पैंदे ने ते ये शरीर भी हरमंदर बन जाता है, ये शरीर गुरुद्वारा बन जाता है। क्यों? क्योंकि वो शब्द की बख्शीश ये विच वरत गई। जिमें उस थां की धूड़ गुरु घर की गुरुद्वारे की धूड़ मत्थे ते लाने आ, जे शरीर विच गुरु दे शब्द का प्रकाश होता उहदे चरनां की धूड़ भी मत्थे ते लाई जाती है। ये थान सुहावा होर भी अर्थ ने कि धन धन सुहावा सो शरीर थान है। ये भी गुरु रामदास दे बचन है जी। धन धन सुहावा सो शरीर थान है, जिथे मेरा सतगुर धरै विखा, जिथे जाए बह मेरा सतगुरु, सो थान सुहावा राम राजे। वो थां धनता जोग है, वो सुहावना है। गुर सिखा ने सो थान भालिया, उस थां नूं लभ लिया। ते जदों लभ्या फिर की कीता, लै धूर मुख लावा। उस जमीन दी पई कोई मिट्टी नूं धूड़ नूं अपने मत्थे ते लाया। क्यों मत्थे ते लाया? उंज वैसे तंत्र शास्त्र जिहड़ा है ये धूड़ दे अर्थ होर करदा, आपां लेना बाणी नूं। तंत्र शास्त्र दी नहीं मैं व्याख्या कोई कर लगा। जमीन ते पई कोई मिट्टी जदों उहदे उत्तों संगत लंघदी है इबादत वाले, फिर गल ध्यान च रखियो, पत्थर बड़े मिल जाणगे पहाड़ ते, पर पारस टावां टावां हुंदा है। आम लोकां दा हजूम बहुत मिलेगा, हजूम विच इबादत वाला टावां टावां हुंदा है। बदलों तो कणियां बहुत पैणगियां, पर सवांती बूंद टावी टावी हुंदी है। सप बड़े मिल जाणगे, पर मणी वाला सप कोई टावां टावां हुंदा है। मिर्गां दियां डारां मिल गईयां, पर कस्तूरिया मिर्ग कोई टावां टावां मिलेगा। पर चेते रखियो, टावां पारस, किते टावां कोई एक अद्धा कस्तूरिया मिर्ग, किते मणी वाला सप, एक ही होवे ते बंदे दा पार उतारा कर जांदा है। मेरे कहण तो मुराद, जिथे संगत दा जन समूह जांदा है उहदे विच इबादत वाले बंदगी वाले ने, जदों उन्हां दे पैरां दीयां तलियां मिट्टी नूं छूंदियां ने, उस शरीर दी रूहानीयत पैरां राहीं खारज हो के जमीन ते जांदी है। ओही मिट्टी जदों चुक के कोई अपने मत्थे ते लांदा है ते सच वे गुरु कहंदा है, गुरु दे चरनां दी धूड़ बुरे लेख भी मिटा के रख दिंदी है। गुरसिखा ने वो थां लभी ते उस धूड़ नूं अपने मत्थे ते लाया, अपने मस्तक ते लाया। एक चलो इतिहास की घटना मैं कह के संपूर्णता वाल आ रहा। धन गुरु अमरदास महाराज गोइंदवाल साहब ने, आप सब नूं पता है, खडूर साहब उन्होंने कमाई की, इबादत की। 12 साल गागर ढोई। इस करके नहीं ढोई गद्दी मैनू मिलेगी, इस करके ढोई गुरु अंगद देव की खुशी मिलेगी। गुरता गद्दी ते विराजमान हो गए। ते ये जिथे भी जाओगे दुनिया च, किते भी चले जाओ, किसे संस्था चले जाओ, किसे महल्ले चले जाओ, किसे गुरुद्वारे मंदिर मसीह चले जाओ, हर थां ते ट्रबल मेकर एक अद्धा जरूर मिलेगा, प्रॉब्लम खड़ी करने वाला हर थां ते रहेगा। इन्हां नूं गुरु ने एक शब्द बचन कहा, चोरां जारां तै कूड़ियारां खराबां बेकार, खराबियां पैदा करने वाले ये हर थां मिलणगे। बाबा दातू जी नूं चुक्या खराबियां पैदा करने वालियां भी, ये तां तुहाडे कोल गद्दी सी जी, खडूर साहब आ सी जी, ये तां आप सब नूं पता है। बाबा दातू जी आए, महाराज दा दीवान सजिया, उन्होंने खजूर नूं सिंघासन ते बैठिया लत्त मारी सी। गुरु अमरदास बिरध शरीर डिगे, पर चरण पकड़ ले ते इको शब्द कहा सी, गुरु पुत्र शरीर ढल चुका है, हड्डियां लकड़ की तरह कठोर हो गई, ये निमरता च कहे, पर तुहाडे कोमल चरनां नूं जे सट वजी होवे ते मैनूं माफ़ कर दिया जी।
नाल ये भी शब्द कह, तुसी आ रहे सी, मैं जी आया नहीं कहा। उन्हें गुस्से च यही गल कही, लत मार के तू छड़ दो साडे बाप दी थां, जो बोल सकता सी। महाराज जी ने निम्रता सहित कहा, मैं रात तक चला जावांगा। आप सब नूं पता है कि हजूर सच्चे पातशाह शाम नूं दातू बह गया, एक दो दे बंदे चुकन वाले कोल, सतगुरु जी बासर के चले गए। किसे नूं दस्या, घोड़ी ते सवार हो के गए, घोड़ी वापस आ गई। जदों संगत सवेरे देखिया सतगुरु जी नहीं, बेबल हुई। फिर संगत नूं ओ सिख चेते आया जिस नूं गुरु नानक साहब ने कहा सी, बुढ़िया तेरे तो ओले कदे ना होसां। ये करतारपुर बाबा जी ने कहा सी, बुढ़िया तेरे तो ओले कदे ना होसां। बाबा बुढ़ा जी आए, जेड़ी घोड़ी ते सवार हो के सतगुरु गए, उसे घोड़ी नूं शिंगार के अगे ला लिया, क्योंकि ये जानवर बड़ा सियाणा है। दातू नूं नेड़े नहीं लगन दिता, घोड़ी ने चढ़न नहीं दिता अपने ते। अगे घोड़ी शिंगार के लाई, घोड़ी चल पई, उस थां ते पहुँच गई जिथे महाराज दरवाज़ा बंद करके अंदर अपने आपे च बैठे आ। घोड़ी अगे नहीं गई। बाबा बुढ़ा साहब ने वो थां लभ लई। फिर बेनती करा कि उन्हां चुगिरदे देखिया ते मखीन जे अखरां विच लिखिया सी, जेड़ा दरवाज़ा खोलेगा वो साडा सिख नहीं, असीं उहदे गुरु नहीं। हुण गुरसिੱਖੀ सो थान भालिया, वो लभदा सुरत वाला है। संगत कहंदी हुण की बनेगा? बाबा जी निमरता विच अरदास विच आए, सच्चे पातशाह ये चकोरां चंद्रमा तो बिना किवें रहणगियां? उसे वक्त फुरना आया, कहन लगे आपां संगत नूं दर्शन भी करावांगे ते बचन भी नहीं तोड़ांगे। उन्होंने फिर सन लाई, सन ला के गला करके अंदर गए। देखा महाराज गुरु अमरदास अपने आपे च बैठे आ, अपने सचमुच अपने धुर अंदर। बाबा बुढ़ा साहब जी ने मत्था टेकिया, कोल बैठ गए। फिर सतगुरु दे चरण स्पर्श किए, महाराज जी दे नेत्र खुले। बाबा बुढ़ा साहब जी नूं देखिया, कहन लगे आ गुरसिखा, महाराज आप जी दे दर्शन करना चाहती है संगत। हजूर ने कहा तुसी दरवाज़ा खोलिया? कहंदे नहीं मालक, आप दे हुक्म दी अदूली नहीं, मैं तां पिछों कंध पाड़ के सन ला के आया हाँ। महाराज बाहर आए, संगत आई। उत्थे फिर संगत ने कहा धन भाई बुढ़ा जिन्ने गुरु लद्दा। गुरसिੱਖੀ सो थान भालिया। मैं एक उदाहरण दी, सिख लभ लैंदा वो थां। धन भाई बुढ़ा जिन्ने गुरु लद्दा। फिर गुरु अमरदास ने संगत च कहा कि ये जिहड़ा गुरसिख है ना, ये जहाज है, ये सिੱਖੀ को बोहित भारा, भवजिल ते कर है निस्तारा। सिੱਖੀ अबदना इसते पर है, इस तो अगे कुछ नहीं, ये सीमा है। नाम लैत गन बिगन सोहरै, जिहड़ा इहदा नाम लेगा उहदा दुख कटिया जाएगा। कि ये पूजा नहीं कराई? हजूर कह रहे ने प्यारिओ, गुरसिੱਖੀ सो थान भालिया लै धूर मुख लावा। गुरसिੱਖਾਂ की घाल थाए पई, लभण वालियां दी घाल थां पै गई। ते की होया? महाराज कहंदे आ जिन हर नाम ध्यावा, उन्हां थां लभ्या, धूड़ लाई। फिर जिहड़ी मैं तुहानूं अर्ज वार-वार उहनूं कर रिहा सां, उस थां ते बैठ के नाम जपिया, उत्थे सुरत टिकाई। ते जिस थां ते गुरु बैठा, उत्थे जिहड़ी रूहानीयत दी लहर सी, तरंग से उन्हें नाम जपण वालियां ते अपनी किरपा कर दी। गुरु दी घालना ने सिखां दे कमाई ते किरपा की। महाराज कहंदे जिन नानक सतगुर पूजिया तिन हर पूज करावा। जिन्हां ने सतगुरु नूं पूजिया, सच ए वे गुरु ने उन्हां दी पूजा करा दित्ती। समाप्ति ते भाई गुरदास साहब कहंदे आ, सतगुर चरण छरण चल जाए सिख, चरण शरण ताकि जगत चल आवई। पूजा किवें कराया? जिहड़ा गुरु वल 4 कदम तुरेगा, दुनिया उहदे बूहे ते कदम कदम पट के आएगी। सतगुरु चरण शरण चल जाए सिख, चरण शरण ताकि जगत चल आवई। सतगुर आग्या सत सत कर माने सिख, आग्या ताए सकल संसारा हितावई।
ਜਿਹੜਾ ਗੁਰੂ ਦੀ ਆਗਿਆ ਮੰਨੇਗਾ, ਸੰਸਾਰ ਉਹਦੀ ਆਗਿਆ ਮੰਨੇਗਾ।